ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਆਂ, ਜੋ ਲਰੈ ਦੀਨ ਕੀ ਹੇਤ। ਪੁਰਜਾ ਪੁਰਜਾ ਘਟ ਮਰੈ, ਕਬਹੁ ਨ ਛਾਡੈ ਖੇਤ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ। ਜਾ ਕਉ ਓਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ। ਤਾ ਕਉ ਧੋਖਾ ਕਹਾ ਬਿਆਪੈ। ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਕੀ ਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਇਹੋ ਜਿਹਾ ਸਮਾਂ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਅਥਵਾ ਦੂਰ ਦੁਰਾਡਿਆਂ ਤੋਂ ਦੇਸ਼ ਵਿਦੇਸ਼ਾਂ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਗੁਰੂ ਕੇ ਪਾਵਨ ਸਰੋਵਰ ਵਿੱਚ ਬੇਅੰਤ ਸੰਗਤਾਂ ਇਸ਼ਨਾਨ ਕਰਕੇ ਜਨਮਾਂ ਜਨਮਾਤਰਾਂ ਦੇ ਪਾਪ ਖੰਡਨ ਕਰਵਾ ਰਹੀਆਂ ਹਨ। ਸਤਿਗੁਰੂ ਦੀ ਬਖਸ਼ਿਸ਼ ਨਾਲ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਚਮ ਪਾਤਸ਼ਾਹ ਜੀ ਨੇ ਸਗਲ ਲੋਕਾਈ ਵਾਸਤੇ ਮਹਾਨ ਪਵਿੱਤਰ ਉਪਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ। ਉਸ ਦੀ ਕਥਾ ਦਾ ਸਮਾਂ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਆਓ ਮਿਲ ਕੇ ਮਨ ਬਿਰਤੀਆਂ ਚਿੱਤ ਨੂੰ ਇਕਾਗਰ ਕਰੀਏ ਤਾਂ ਕਿ ਸਤਿਗੁਰੂ ਦਾ ਉਪਦੇਸ਼
ਸਾਡੇ ਹਿਰਦੇ ਰੂਪ ਝੋਲੀ ਵਿੱਚ ਪੈ ਸਕੇ। ਸਤਿਗੁਰੂ ਦੀਆਂ ਬਖਸ਼ਾਂ ਸਾਨੂੰ ਪ੍ਰਾਪਤ ਹੋ ਸਕਣ। ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ। ਟੋਡੀ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਅੰਗ 711 ਦੇ ਉੱਪਰ ਸਤਿਗੁਰੂ ਜੀ ਇਹ ਮਹਾਨ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਹਨ ਕਿ ਭਾਈ ਜ਼ਿੰਦਗੀ ਦਾ ਸਮਾਂ ਬੀਤ ਰਿਹਾ ਹੈ, ਇਸ ਨੂੰ ਲੇਖੇ ਵਿੱਚ ਲਾਉਣਾ ਚਾਹੀਦਾ ਹੈ। ਤਾਂ ਸਤਿਗੁਰੂ ਦੇ ਪਾਸ ਜਦੋਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਫਰਿਆਦ ਕੀਤੀ, ਰਜੋਈ ਕੀਤੀ ਕਿ ਮਹਾਰਾਜ ਜੀ ਆਪ ਕਿਰਪਾ ਕਰੋ, ਮਿਹਰ ਕਰੋ, ਸਾਡਾ ਸਮਾਂ ਕਿਸ ਢੰਗ ਨਾਲ ਬਤੀਤ ਹੋਵੇ, ਕੀ ਢੰਗ ਉਪਰਾਲੇ ਵਰਤਣੇ ਚਾਹੀਦੇ ਹਨ, ਕੀ ਯਤਨ ਕਰਨੇ ਚਾਹੀਦੇ ਹਨ। ਤਾਂ ਸਤਿਗੁਰੂ ਨੇ ਦੁਨੀਆ ਦੀਆਂ ਉਦਾਹਰਨਾਂ ਦੇ ਕੇ ਕਿਹਾ ਕਿ ਭਾਈ ਧਿਆਨ ਨਾਲ ਇਹਨਾਂ ਗੱਲਾਂ ਨੂੰ ਵਿਚਾਰੋ। ਤਾਂ ਸਤਿਗੁਰੂ ਜੀ ਉਪਦੇਸ਼ ਬਖਸ਼ਦਿਆਂ ਹੋਇਆਂ ਟੋਡੀ ਰਾਗ ਦੇ ਵਿੱਚ ਆਪ ਬਖਸ਼ਿਸ਼ ਕਰ ਰਹੇ ਹਨ। ਹਰ ਬਿਸਰਤ ਸਦਾ ਖੁਆਰੀ, ਕਿ ਅਸੀਂ ਪਹਿਲਾਂ ਹੀ ਪਰਮਾਤਮਾ ਨਾਲੋਂ ਵਿਛੜੇ ਹੋਏ ਹਾਂ, ਜਿਹਦੇ ਕਰਕੇ 84 ਲੱਖ ਜੂਨਾਂ ਦੀ ਖੁਆਰੀ ਭੋਗਣੀ ਪਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੀ ਕਿਰਤ ਦੇ ਕਾਰਨ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਭਾਈ ਇਸ ਸੰਸਾਰ ਵਿੱਚ ਆ ਕੇ ਵੀ ਜੇ ਪ੍ਰਭੂ ਭਗਤੀ ਤੋਂ ਤੂੰ ਵਾਂਝਾ ਹੀ ਰਹਿ ਗਿਆ ਤੇ ਦੇਖ, ਕੋਈ ਰਾਜ ਪ੍ਰਾਪਤ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਧਨ ਦੌਲਤ ਪ੍ਰਾਪਤ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੂੰ ਪ੍ਰਭੂ ਨਾਮ ਨੂੰ ਵਿਸਾਰ ਦਿੱਤਾ ਤਾਂ ਫਿਰ ਅਖੀਰ ਨੂੰ ਖੁਆਰੀ ਹੋਵੇਗੀ, ਤੇਰੀ ਜੈ ਜੈਕਾਰ ਨਹੀਂ ਹੋਵੇਗੀ। ਕਿਉਂਕਿ ਜੈਕਾਰ ਕੀਓ ਧਰਮੀਆਂ ਕਾ, ਮਹਾਰਾਜ ਧਰਮੀਆਂ ਦਾ ਜੈ ਜੈਕਾਰ ਕਰਦੇ ਨੇ, ਉਹਨਾਂ ਦੀ ਸੋਭਾ ਦੂਣ ਸਵਾਈ ਲੋਕ ਪ੍ਰਲੋਕ ਵਿੱਚ ਹੁੰਦੀ ਹੈ। ਪਰ ਜੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤਾਂ ਹਜ਼ੂਰ ਫਰਮਾਉਂਦੇ ਨੇ ਇਸ ਲੋਕ ਵਿੱਚ ਵੀ ਤਾਂ ਪ੍ਰਲੋਕ ਵਿੱਚ ਵੀ ਖੁਆਰੀ ਹੋਵੇਗੀ। ਤਾ ਕਉ ਧੋਖਾ ਕਹਾ ਵਿਆਪੈ। ਸਤਿਗੁਰੂ ਜੀ ਕਿਰਪਾ ਕਰੋ। ਜਿਵੇਂ ਅਸੀਂ ਪਦਾਰਥਾਂ ਵਿੱਚ ਭੁੱਲ ਜਾਂਦੇ ਹਾਂ, ਦੁਨੀਆ ਦੀ ਪ੍ਰਦਰਸ਼ਨੀ ਵਿੱਚ ਭੁੱਲ ਜਾਂਦੇ ਹਾਂ, ਮੋਹ ਮਾਇਆ ਦੇ ਲਾਲਚ ਵਿੱਚ ਪੈ ਜਾਂਦੇ ਹਾਂ, ਅਤੇ ਫਿਰ ਪਰਮਾਤਮਾ ਦਾ ਨਾਮ ਜਪਦੇ ਵੀ ਸਾਨੂੰ ਇਹ ਵਿਕਾਰ ਛੱਡਦੇ ਨਹੀਂ। ਆਪ ਜੀ ਰਹਿਮਤ ਕਰੋ, ਕਿਰਪਾ ਕਰੋ ਵੀ ਇਹਨਾਂ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋ ਸਕਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹਨਾਂ ਪ੍ਰਭੂ ਦੇ ਭਗਤਾਂ ਨੂੰ, ਉਹਨਾਂ ਜਗਿਆਸੂਆਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਜੀਵਾਂ ਨੂੰ ਇਹ ਵਿਕਾਰ ਧੋਖਾ ਨਹੀਂ ਦੇ ਸਕਦੇ, ਇਹ ਦੁਨੀਆ ਵੀ ਧੋਖਾ ਨਹੀਂ ਦੇ ਸਕਦੀ, ਉਹਨਾਂ ਨੂੰ ਵੱਡੇ ਵੱਡੇ ਰਾਜ ਸੱਤਾ ਦੇ ਮਾਲਕ ਲੋਕ ਵੀ ਧੋਖਾ ਨਹੀਂ ਦੇ ਸਕਦੇ। ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਜਮ ਲੋਕ ਵੀ ਧੋਖਾ ਨਹੀਂ ਦੇ ਸਕਦੇ। ਤਾਂ ਕੋਈ ਧੋਖਾ ਕਹਾਂ ਵਿਆਪੈ, ਉਹਨਾਂ ਨੂੰ ਪੋਹ ਹੀ ਨਹੀਂ ਸਕਦਾ, ਧੋਖਾ ਨੇੜੇ ਵੀ ਨਹੀਂ ਆ ਸਕਦਾ, ਉਹਨਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜਾ ਕਉ ਓਟ ਤੁਹਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਹੇ ਪ੍ਰਭੂ ਪਰਮਾਤਮਾ ਤੇਰੀ ਓਟ ਲੈ ਲਈ, ਤੇਰੀ ਓਟ ਤਕਾ ਲਈ ਜਿਨ੍ਹਾਂ ਨੇ, ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਇਸ ਵਾਸਤੇ ਇੱਕੋ ਇੱਕ ਪਰਮਾਤਮਾ ਦੇ ਨਾਮ ਦੀ ਓਟ ਤਕਾਉਣੀ ਚਾਹੀਦੀ ਹੈ। ਹੋਰ ਮਿੜੀਆਂ ਮਸਾਣੀਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ। ਕੇਵਲ ਸਤਿਗੁਰੂ ਦਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਨਾ ਮਹਾਰਾਜ ਨੇ, ਗੁਰੂ ਕੇ ਸਿੱਖ ਕਹਾਉਣ ਵਾਲੇ ਅੰਮ੍ਰਿਤ ਵੇਲੇ ਉੱਠਣ, ਨਾਮ ਜਪਣ, ਵਾਹਿਗੁਰੂ ਦੀ ਬੰਦਗੀ ਕਰਨ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ, ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ, ਇਹ ਸਾਨੂੰ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ। ਇਸ ਕਰਕੇ
ਉਸ ਦੀ ਓਟ ਤਕਾਉਣੀ ਚਾਹੀਦੀ ਹੈ। ਪਰਮਾਤਮਾ ਦੀ ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਬਿਨ ਸਿਮਰਨ ਜੋ ਜੀਵਨ ਬਲਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਉਮਰ ਪਈ ਹੈ। ਪ੍ਰਭੂ ਦਾ ਸਿਮਰਨ ਤਾਂ ਕਦੋਂ ਵੀ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਸਮਾਂ ਬੀਤ ਰਿਹਾ, ਹੋ ਸਕਦਾ ਉਮਰ ਬਹੁਤ ਲੰਮੀ ਹੋਵੇ, ਪਰ ਇਹ ਵੀ ਹੋ ਸਕਦਾ ਕਿ ਉਮਰ ਬਹੁਤੀ ਲੰਮੀ ਨਾ ਹੋਵੇ। ਹਰ ਜਪਦਿਆਂ ਖਿਨ ਢਿੱਲਣਾ ਕੀ ਚਾਹੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਹੋਵੇ ਕਿ ਨਾ ਆਵੇ ਰਾਮ। ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ, ਪਰ ਮੰਨ ਵੀ ਲਈਏ ਕਿ ਉਮਰ ਬਹੁਤ ਲੰਮੀ ਹੋ ਜਾਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ। ਕਹਿੰਦੇ ਭਾਈ ਬਿਨਾਂ ਸਿਮਰਨ ਤੋਂ ਈਰਖਾ ਦੀ ਅੱਗ ਵਿੱਚ ਜਿਵੇਂ ਚੁੱਲ੍ਹਿਆਂ 'ਚ ਬਾਲਣ ਬਲਦਾ ਨਾ, ਕਹਿੰਦੇ ਇਸ ਤਰ੍ਹਾਂ ਜਿਹੜੀ ਜੀਵ ਆਤਮਾ ਹੈ ਈਰਖਾ ਦੇ ਵਿੱਚ ਹੀ ਸੜੀ ਜਾਂਦੀ ਹੈ, ਵਿਕਾਰਾਂ ਦੇ ਵਿੱਚ ਭੁੱਜ ਰਹੀ ਹੈ। ਬਿਨਾਂ ਸਿਮਰ ਤੋਂ ਇਹ ਜੀਵ ਆਤਮਾ ਦਾ ਟਿਕਾਣਾ ਨਹੀਂ, ਇਸ ਲੰਮੀ ਉਮਰ ਦਾ ਕੋਈ ਫਾਇਦਾ ਨਹੀਂ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਸਿਮਰ ਤੋਂ ਕਹਿੰਦੇ ਭਾਈ ਇਹ ਜਿਹੜਾ ਸਾਡਾ ਜੀਵਨ ਹੈ ਇੱਕ ਬਾਲਣ ਦੀ ਨਿਆਈ ਹੈ। ਸਰਪ ਜੈਸੇ ਅਰਜਾਰੀ। ਕਹਿੰਦੇ ਆਰਜਾ ਤੇ ਭਾਵੇਂ ਸੱਪਾਂ ਦੀ ਬੜੀ ਹੁੰਦੀ ਹੈ, ਬਹੁਤ ਵੱਡੀ ਉਮਰ ਭੋਗ ਲੈਂਦੇ ਨੇ, ਪਰ ਜਿਹੜੇ ਅਜਗਰ ਸੱਪ ਹੁੰਦੇ ਨਾ ਇਹਨਾਂ ਦੀ ਉਮਰ ਬਹੁਤ ਹੀ ਲੰਮੀ ਮੰਨੀ ਗਈ ਆ। ਜਿਵੇਂ ਜਿਵੇਂ ਇਹਦੀ ਉਮਰ ਵੱਧਦੀ ਹੈ ਉਵੇਂ ਉਵੇਂ ਇਸ ਦੀ ਜ਼ਹਿਰ ਵੀ ਵੱਧਦੀ ਹੈ, ਅਤੇ ਜ਼ਹਿਰ ਵੱਧਦਿਆਂ ਵੱਧਦਿਆਂ ਉਸ ਅਖੀਰਲੀ ਉਮਰ ਦੇ ਵਿੱਚ ਇੰਨਾ ਔਖਾ ਹੁੰਦਾ ਹੈ ਸੱਪ ਕਿ ਆਪਣੀ ਜ਼ਹਿਰ ਨਾਲ ਹੀ ਬਹੁਤ ਦੁਖੀ ਹੋ ਜਾਂਦਾ ਹੈ। ਇਸ ਕਰਕੇ ਉਹ ਕਹਿੰਦੇ ਭਾਈ ਬਿਨਾਂ ਸਿਮਰਨ ਤੋਂ ਤੇਰੇ ਅੰਦਰ ਵਿਸ਼ਿਆਂ ਦੀ ਅੱਗ, ਈਰਖਾ ਦੀ ਅੱਗ, ਆਸਾ ਤੇ ਤ੍ਰਿਸ਼ਨਾ ਦੀ ਅੱਗ ਵੱਧਦੀ ਜਾਏਗੀ। ਮਤਾਂ ਸਮਝ ਕੇ ਹੋਰ 10 ਸਾਲਾਂ ਨੂੰ ਇਹ ਘਟ ਜਾਏਗੀ, ਘਟੇਗੀ ਨਹੀਂ। ਮਹਾਰਾਜ ਜੀ ਫਰਮਾਉਂਦੇ ਨੇ ਸਰਪ ਜੈਸੇ ਅਰਜਾਰੀ, ਕਿ ਜਿਵੇਂ ਆਰਜਾ ਹੈ ਨਾ ਸੱਪਾਂ ਦੀ, ਉਹਨਾਂ ਦੀ ਜ਼ਹਿਰ ਵੱਧਦੀ ਹੈ, ਇਸ ਤਰ੍ਹਾਂ ਤੇਰੇ ਅੰਦਰ ਬਿਨਾਂ ਪ੍ਰਭੂ ਦੇ ਨਾਮ ਤੋਂ, ਪਰਮਾਤਮਾ ਦੇ ਨਾਮ ਤੋਂ ਬਗੈਰ ਤੇਰੀ ਜਿਹੜੀ ਆਰਜੂ ਲੰਬੀ ਭਾਵੇਂ ਹੋ ਜਾਵੇ, ਪਰ ਤੂੰ ਵਿਸ਼ਿਆਂ ਦੇ ਵਿੱਚ ਸੜਦਾ ਰਹੇਗਾ, ਸ਼ਾਂਤੀ ਦੇ ਵਿੱਚ ਮਨ ਨਹੀਂ ਆਵੇਗਾ। ਨਵ ਖੰਡਨ ਕੋ ਰਾਜ ਕਮਾਵਾ। ਮਹਾਰਾਜ ਜੀ ਰਾਜ ਦੇ ਸੁੱਖ ਹੋਣ, ਸਾਡੇ ਕੋਲ ਸਹੂਲਤਾਂ ਹੋਣ, ਤੇ ਫਿਰ ਤਾਂ ਲੋਭ ਹੀ ਨਹੀਂ ਰਹਿ ਜਾਂਦਾ ਪਦਾਰਥਾਂ ਦਾ। ਜੇ ਆਪਣੀ ਲੋੜ ਤੋਂ ਵੱਧ ਪਦਾਰਥ ਪਹਿਲਾਂ ਹੀ ਹੋਣ ਤੇ ਸਤਿਗੁਰੂ ਜੀ ਫਿਰ ਤਾਂ ਨਹੀਂ ਇਹ ਜਿਹੜੇ ਵਿਕਾਰ ਸਾਨੂੰ ਪੋਹ ਸਕਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਨਵ ਖੰਡਨ ਕੋ ਰਾਜ ਕਮਾਵੇ। ਇੱਕ ਸਟੇਟ ਦਾ ਰਾਜ ਨਹੀਂ, ਅਸੀਂ ਤਾਂ ਸਟੇਟ ਦੇ ਰਾਜ 'ਚ ਹੀ ਉਲਝ ਜਾਂਦੇ ਹਾਂ। ਕਹਿੰਦੇ ਦੇਸ਼ ਦਾ ਰਾਜ ਨਹੀਂ, ਨਵ ਖੰਡਨ ਕੋ ਰਾਜ ਕਮਾਵੇ। ਕਹਿੰਦੇ ਨਵਾਂ ਖੰਡਾਂ ਦਾ ਭਾਵੇਂ ਜਿੰਨੇ ਬ੍ਰਹਮੰਡ ਨੇ ਧਰਤੀ ਦੇ, ਕਹਿੰਦੇ ਇਹਨਾਂ ਦੇ ਉੱਪਰ ਵੀ ਤੇਰਾ ਹੁਕਮ ਚੱਲੇ, ਅਮਰ ਤੇਰਾ ਹੀ ਚੱਲੇ, ਤੇਰਾ ਇੱਥੇ ਹੁਕਮ ਚੱਲਦਾ ਹੋਵੇ, ਨਵਾਂ ਖੰਡਾਂ ਦੇ ਵਿੱਚ ਤੇਰਾ ਰਾਜ ਹੋਵੇ। ਅੰਤ ਚਲੈ ਗੁਹਾਰੀ। ਕਹਿੰਦੇ ਅੰਤ ਨੂੰ ਭਾਈ ਇਹ ਰਾਜ ਤਾਂ ਕਮਾ ਲਵੇਂਗਾ ਜੇ ਪਰਮਾਤਮਾ ਦਾ ਨਾਮ ਨਾ ਜਪਿਆ। ਇਹ ਨਾਮ ਜਪਣ ਵਾਸਤੇ ਤੈਨੂੰ ਪਰਮਾਤਮਾ ਨੇ ਨੌ ਨਰੈਣੀ ਦੇਹ ਦਿੱਤੀ ਸੀ। ਹਾਂ ਤੂੰ ਰਾਜ ਕਮਾ ਕੇ ਤੂੰ ਆਪਣੇ ਧਰਮ ਦੀ ਸੇਵਾ ਕਰਦਾ, ਧਾਰਮਿਕ ਸਥਾਨਾਂ ਦੀ ਸੇਵਾ ਕਰਦਾ, ਧਾਰਮਿਕ ਭਗਤਾਂ ਦੀ ਸੇਵਾ ਕਰਦਾ, ਤੂੰ ਧਾਰਮਿਕ ਕਰਮ ਕਰਦਾ, ਤੂੰ ਅੰਮ੍ਰਿਤ ਵੇਲੇ ਉੱਠਦਾ, ਧਰਮ ਨੂੰ ਗ੍ਰਹਿਣ ਕਰਦਾ, ਧਰਮ ਨੂੰ ਧਾਰਨ ਕਰਦਾ, ਫਿਰ ਤਾਂ ਤੇਰਾ ਇਹ ਜੀਵਨ ਤੇ ਤੇਰਾ ਰਾਜ ਸਤਾ, ਤੇਰਾ ਰਾਜ ਭਾਗ ਕੰਮ ਵਿੱਚ ਸੀ। ਤੇ ਜੇ ਰਾਜ ਭਾਗ ਪ੍ਰਾਪਤ ਕਰਕੇ ਅਨਰਥ ਹੀ ਕਰਦਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਚੱਲੇ ਗੋਹਾਰੀ। ਅੰਤ ਨੂੰ ਭਾਈ ਇਹ ਸੰਸਾਰ ਤੋਂ ਜ਼ਿੰਦਗੀ ਦੀ ਬਾਜੀ ਹਾਰ ਕੇ ਚਲਿਆ ਜਾਏਗਾ। ਗੁਣ ਨਿਧਾਨ ਗੁਣ ਤਿਨਹੀ ਗਾਏ। ਸੱਚੇ ਪਾਤਸ਼ਾਹ ਜੀ ਫਿਰ ਰਾਜ ਪ੍ਰਾਪਤ ਕਰਕੇ ਵੀ ਇਸ ਸੰਸਾਰ ਤੋਂ ਹਾਰ ਕੇ ਹੀ ਜਾਵਾਂਗੇ। ਬਹੁਤ ਲੰਮੀਆਂ ਉਮਰਾਂ ਕਰਕੇ ਵੀ ਸੱਪ ਦੀ ਨਿਆਈ ਈਰਖਾ ਵਿੱਚ ਸੜਦੇ ਰਵਾਂਗੇ। ਤੇ ਫਿਰ ਕਿਹੜਾ ਤਰੀਕਾ ਹੈ, ਕਿਹੜੇ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਆਤਮਿਕ ਸੁੱਖ ਮਿਲ ਸਕਦਾ ਹੈ, ਆਤਮਿਕ ਸ਼ਾਂਤੀ ਮਿਲ ਸਕਦੀ ਹੈ, ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ, ਭੇਦਤਾ ਪ੍ਰਾਪਤ ਹੋ ਸਕਦੀ ਹੈ। ਤਾਂ ਸਤਿਗੁਰੂ ਜੀ ਇਹ ਕਿਰਪਾ ਕਰੋ। ਤਾਂ ਹਜ਼ੂਰ ਫਰਮਾਉਂਦੇ ਨੇ ਗੁਣ ਨਿਧਾਨ ਗੁਣ ਤਿਨਹੀ ਗਾਏ।
ਕਹਿੰਦੇ ਭਾਈ ਉਸ ਪ੍ਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਬਹੁਤ ਵੱਡਾ ਤੇ ਸਭ ਨੂੰ ਦਿੱਤਾ ਹੈ। ਸਤਿਗੁਰੂ ਨੇ ਸਾਨੂੰ ਹੁਕਮ ਕੀਤਾ, ਕਹਿੰਦੇ ਭਾਈ ਜਰਾ ਕ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਕਿੱਡਾ ਵੱਡਾ ਖਜ਼ਾਨਾ ਪਿਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਾਇਆ ਨਿਧਾਨਾ। ਰਤਨ ਲਾਲ ਤਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਭਰੇ ਪਏ ਭੰਡਾਰੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਗੁਣ ਨਿਧਾਨ ਗੁਣ ਤਿਨ ਹੀ ਗਾਏ। ਪਰ ਇਹ ਜੋ ਪ੍ਰਭੂ ਦੇ ਗੁਣ ਨੇ, ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਿਵੇਕ ਬੁੱਧੀ ਗਿਆਨ ਵਿਚਾਰ, ਇਹ ਕਿੱਥੋਂ ਪ੍ਰਾਪਤ ਹੋਣੇ? ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਇਹਨਾਂ ਗੁਣਾਂ ਦੀ ਪੜਚੋਲ ਉਹ ਹੀ ਕਰ ਸਕਦਾ ਹੈ ਜਾ ਕੋ ਕਿਰਪਾ ਧਾਰੀ। ਜਿਨ੍ਹਾਂ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਕਿਰਪਾ ਕਰਕੇ ਸਤਿਗੁਰੂ ਜੀ ਨੇ ਗੁਰਸਿੱਖਾਂ ਦੇ ਘਰ ਦਾ ਜਨਮ ਦੇ ਦਿੱਤਾ ਤੇ ਰਾਹ ਦਿਖਾ ਦਿੱਤਾ ਕਿ ਭਾਈ ਇੱਥੇ ਕੋਈ ਜਾਤ ਦਾ ਫਰਕ ਨਹੀਂ, ਕੋਈ ਵਿਦਿਆ ਦਾ ਫਰਕ ਨਹੀਂ, ਕੋਈ ਰੰਗ ਰੂਪ ਦਾ ਫਰਕ ਨਹੀਂ, ਕੋਈ ਇਸਤਰੀ ਪੁਰਸ਼ ਦਾ ਫਰਕ ਨਹੀਂ। ਜਿਹੜਾ ਵੀ ਚਾਹਵੇ ਉਹ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਪਣਾ ਆਪ ਸਤਿਗੁਰੂ ਨੂੰ ਸਮਰਪਿਤ ਕਰ ਦੇਵੇ ਤੇ ਪੰਜ ਪਿਆਰੇ ਜੋ ਰਹਿਤ ਦੱਸਦੇ ਹਨ ਉਸ ਰਹਿਤ ਨੂੰ ਧਾਰਨ ਕਰ ਲਵੇ ਤੇ ਅੰਮ੍ਰਿਤ ਵੇਲੇ ਉੱਠ ਕੇ ਜਪੇ ਨਾਮ। ਕਹਿੰਦੇ ਭਾਈ ਇਹ ਕਿਰਪਾ ਹੈ। ਇਹ ਕਿਰਪਾ ਕਿਹਦੇ ਤੇ ਕੀਤੀ ਭਾਈ? ਦੁਨੀਆ 'ਚ ਝਾਤੀ ਮਾਰ ਕੇ ਵੇਖੋ, ਅਰਬਾਂ ਦੀ ਗਿਣਤੀ ਵਿੱਚ ਵਿਅਕਤੀ ਨੇ ਜੋ ਇੱਥੇ ਜੀਵ ਨੇ ਮਨੁੱਖਾ ਜਨਮ ਦੇ ਵਿੱਚ ਹੀ। ਪਰ ਇਹ ਕਿਰਪਾ ਕਿਹਦੇ ਤੇ ਆ? ਹਰ ਇੱਕ ਤੇ ਨਹੀਂ ਹੈ ਕਿਰਪਾ। ਹੈ ਸਾਰੇ ਧਰਮਾਂ ਦਾ ਇਹ ਫਲਸਫਾ ਨਹੀਂ ਹੈ ਸਾਧ ਸੰਗਤ ਜੀ। ਇਹ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿਹੜਾ ਆਪਣਾ ਰੂਪ ਬਣਾ ਦਿੱਤਾ ਮਹਾਰਾਜ ਨੇ। ਕਿਸੇ ਧਰਮ ਵਿੱਚ ਕਿਸੇ ਰਹਿਬਰ ਨੇ, ਕਿਸੇ ਰਿਸ਼ੀ ਨੇ, ਕਿਸੇ ਅਵਤਾਰ ਪੈਗੰਬਰ ਨੇ ਆਪਣਾ ਰੂਪ ਨਹੀਂ ਬਣਾਇਆ। ਇਹ ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ। ਉਹਨਾਂ ਦੇ ਪਹਿਲਾਂ ਜਾਤ ਗੋਤ ਹੀ ਖਤਮ ਕਰ ਦਿੱਤੇ, ਸਿਰ ਹੀ ਵੱਢ ਦਿੱਤੇ। ਜਦੋਂ ਬੰਦਾ ਮਾਰੀ ਜਾਵੇ ਫਿਰ ਤਾਂ ਕੋਈ ਜਾਤ ਗੋਤ ਰਹਿ ਹੀ ਨਹੀਂ ਗਿਆ। ਉਹਨਾਂ ਨੂੰ ਫਿਰ ਸਰਜੀਤ ਕੀਤਾ ਤੇ ਫਿਰ ਖੰਡੇ ਦਾ ਅੰਮ੍ਰਿਤ ਦਿੱਤਾ ਤੇ ਫਿਰ ਵੀਰ ਆਸਨ ਲਾ ਕੇ ਕਿਹਾ, ਖਾਲਸਾ ਜੀ ਹੁਣ ਮੈਨੂੰ ਵੀ ਅੰਮ੍ਰਿਤ ਦਿਓ। ਹੈਰਾਨ ਕਿ ਸਤਿਗੁਰੂ ਜੀ ਤੁਸੀਂ ਤੇ ਸਾਨੂੰ ਅੰਮ੍ਰਿਤ ਦਿੱਤਾ, ਅਸੀਂ ਸਿੱਖ ਤੁਸੀਂ ਗੁਰੂ। ਕਹਿੰਦੇ ਨਹੀਂ, ਇਹ ਇੱਕ ਮਰਜ਼ਾਦਾ ਕਿਸੇ ਦੇ ਮਨ ਵਿੱਚ ਨਾ ਰਹਿ ਜਾਵੇ ਕਿ ਮੈਂ ਬੜਾ ਵੱਡਾ ਸੰਤ ਹਾਂ, ਜਥੇਦਾਰ ਹਾਂ, ਆਗੂ ਹਾਂ, ਮੈਨੂੰ ਲੋੜ ਹੀ ਨਹੀਂ ਅੰਮ੍ਰਿਤ ਦੀ। ਇਹ ਭੁਲੇਖਾ ਕੱਢਣਾ ਭਾਈ। ਇਸ ਕਰਕੇ ਅੰਮ੍ਰਿਤ ਦੀ ਦਾਤ ਦਿਓ, ਮੈਂ ਵੀ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣ ਜਾਵਾਂ। ਫਿਰ ਖੰਡੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਿਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਅੰਮ੍ਰਿਤ ਕਿਹਤੋਂ ਛਕਿਆ? ਇਹਨਾਂ ਪੰਜਾਂ ਤੋਂ ਛਕਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਫਰਮਾਇਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਖਾਲਸਾ, ਮੈਂ ਉਹਦੇ ਤੋਂ ਅੰਮ੍ਰਿਤ ਛਕਿਆ। ਤੇ ਫਿਰ ਉਹਨਾਂ ਨੂੰ ਕੌਣ ਹੈ ਖਾਲਸਾ? ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂ ਨਿਵਾਸ। ਇਹ ਕਿਰਪਾ ਹੈ। ਸਾਧ ਸੰਗਤ ਜੀ ਆਪਾਂ ਅਰਥ ਉਲਟ ਕਰਦੇ ਹਾਂ ਵੀ ਜਦੋਂ ਕਿਰਪਾ ਹੋਵੇਗੀ ਨਾ ਉਦੋਂ ਅਸੀਂ ਅੰਮ੍ਰਿਤ ਛਕ ਲਾਂਗੇ। ਗੱਲ ਉਲਟ ਹੈ, ਜਦੋਂ ਅੰਮ੍ਰਿਤ ਛਕਾਂਗੇ ਕਿਰਪਾ ਉਦੋਂ ਹੋਣੀ ਹੈ। ਇਸ ਵਾਸਤੇ ਭਾਈ ਹਜ਼ੂਰ ਫਰਮਾਉਂਦੇ ਹਨ, ਇਹ ਗੁਣ ਕਿਹਨੇ ਗਾਏ? ਕਹਿੰਦੇ ਭਾਈ ਜਿਨ੍ਹਾਂ ਉੱਪਰ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਦੀ ਦਾਤ ਦੇ ਕੇ, ਨਾਮ ਦੀ ਦਾਤ ਦੇ ਕੇ ਆਪਣਾ ਨਦਰੀ ਨਦਰ ਨਿਹਾਲ ਕਰ ਦਿੱਤਾ। ਸੋ ਸੁਖੀਆ ਧਾਨੇ ਉਸ ਜਨਮਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਐਸੇ ਵਡਭਾਗੀ ਗੁਰੂ ਕੇ ਸਿੱਖ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਭਗਤੀ ਵਿੱਚ ਲੀਨ ਹੋ ਗਏ, ਕਹਿੰਦੇ ਧੰਨ ਨੇ ਉਹ ਹੀ ਸੁਖੀ ਨੇ। ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ, ਦੁੱਖ ਨੇੜੇ ਵੀ ਨਹੀਂ ਆ ਸਕਦਾ, ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ। ਇਸ ਕਰਕੇ ਸੋ ਸੁਖੀਆ ਕਹਿੰਦੇ ਉਹ ਆਤਮਿਕ ਤੌਰ 'ਤੇ ਸੁਖੀ। ਧੰਨ ਉਸ ਜਨਮ, ਧੰਨ ਉਹਦੇ ਮਾਤਾ ਪਿਤਾ ਨੇ, ਧੰਨ ਉਹਦਾ ਜਨਮ ਹੈ। ਨਾਨਕ ਤਿਸ ਬਲਿਹਾਰੀ। ਵੱਡੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੋਹਰ ਲਾ ਕੇ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਖੀ ਮੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਭਾਈ
ਉਹਦਾ ਜਨਮ ਵੀ ਧਨ ਹੈ ਤੇ ਅਸੀਂ ਉਹਦੇ ਤੋਂ ਬਲਹਾਰ ਵਾਰਨੇ ਜਾਂਦੇ। ਧੰਨ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਬਾਣੀ ਕੇ ਬੋਹਤ, ਪਰ ਉਹਨਾਂ ਗੁਰਸਿੱਖਾਂ ਤੋਂ ਕਹਿੰਦੇ ਵਾਰਨੇ ਜਾਂਦੇ ਆ ਜਿਨ੍ਹਾਂ ਨੇ ਨਾਮ ਜਪਿਆ ਪਰਮਾਤਮਾ ਦੀ ਕਿਰਪਾ ਉਹਨਾਂ ਦੇ ਉੱਪਰ, ਉਹ ਸੁਖੀ ਹਨ ਜਨਮ ਤੋਂ ਲੈ ਕੇ, ਉਹਨਾਂ ਦੇ ਮਾਤਾ ਪਿਤਾ ਵੀ ਧੰਨ ਹਨ। ਇਹ ਉਪਦੇਸ਼ ਦਿੱਤਾ ਸਤਿਗੁਰੂ ਜੀ ਨੇ, ਕਿਰਪਾ ਕੀਤੀ ਹੈ ਭਾਈ। ਸੋ ਆਓ ਕੁਝ ਸਮੇਂ ਲਈ ਕੱਲ ਜੋ ਵਿਚਾਰਾਂ ਕੀਤੀਆਂ ਸੀ, ਅੱਜ 6 ਜੂਨ ਹੈ, 6 ਜੂਨ ਦਾ ਜਦੋਂ ਦਿਹਾੜਾ ਆਉਂਦਾ ਹੈ, ਸਾਧ ਸੰਗਤ ਜੀ ਕੰਡੇ ਦੀ ਤਰ੍ਹਾਂ ਸਾਡੇ ਹਿਰਦੇ ਵਿੱਚ ਚੁਭਦਾ ਵੀ 6 ਜੂਨ ਆ ਗਿਆ। ਇਹ 6 ਜੂਨ ਕਿਉਂ ਚੁਭਦਾ ਹੈ? ਕਿਉਂਕਿ ਜਿਸ ਦੇਸ਼ ਦੀ ਖਾਤਰ ਸਾਡੇ ਵੱਡਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਘਰ-ਬਾਰ ਤਿਆਗ ਦਿੱਤੇ, ਜ਼ਮੀਨ ਜਾਇਦਾਦਾਂ ਛੱਡ ਦਿੱਤੀਆਂ, ਬਹੁਤ ਸਾਰਿਆਂ ਦੀ ਇੱਜ਼ਤ ਪੱਟ ਵੀ ਲੁੱਟੀ ਗਈ, ਪਰ ਇੱਕ ਆਜ਼ਾਦੀ ਨੂੰ ਲੈਣ ਵਾਸਤੇ ਕਿ ਅਸੀਂ ਆਜ਼ਾਦ ਦੇਸ਼ ਵਿੱਚ ਰਵਾਂਗੇ, ਉਹ ਆਜ਼ਾਦੀ ਬਰਬਾਦੀ ਹੋ ਨਿਬੜੀ। ਕੱਲ ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਇਹਦੇ 'ਤੇ ਕੀਤੀਆਂ ਸਨ। ਸਾਧ ਸੰਗਤ ਜੀ, ਇਹ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ, ਕੱਲ ਇਹ ਬੇਨਤੀਆਂ ਕੀਤੀਆਂ ਸੀ ਨਾ। ਇੱਕ ਗੱਲ ਕਿ ਰਾਜ ਸੱਤਾ ਦੀ ਪ੍ਰਾਪਤੀ ਕਰਨ ਵਾਸਤੇ ਜੇ ਦੇਸ਼ ਦੀ ਸਭ ਤੋਂ ਘੱਟ ਗਿਣਤੀ ਇਹਨੂੰ ਜੇ ਦਬਾ ਕੇ ਦੇਸ਼ ਦੀ ਵੱਧ ਗਿਣਤੀ ਨੂੰ, ਬਹੁ ਗਿਣਤੀ ਨੂੰ ਖੁਸ਼ ਕਰ ਲਿਆ ਜਾਵੇ ਤਾਂ ਰਾਜ ਸੱਤਾ ਪ੍ਰਾਪਤ ਹੋ ਸਕਦੀ। ਇਹ ਇੱਕ ਰਾਜਨੀਤਿਕ ਪੈਂਤਰਾ ਸੀ ਇੰਦਰਾ ਗਾਂਧੀ ਦਾ। ਬਾਕੀ ਗੱਲਾਂ ਦਾ ਜੇ ਤੁਸੀਂ ਵਿਸ਼ਲੇਸ਼ਣ ਕਰੋਗੇ ਨਾ, ਇਹ 'ਤੇ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ ਵਿਦਵਾਨ ਲੋਕਾਂ ਨੇ। ਕੁਝ ਨੇ ਲਿਖਿਆ ਕਿ ਪੰਜਾਬ ਦੇ ਹਾਲਾਤ ਖਰਾਬ ਸੀ। ਇੱਕ ਲਿਖਾਰੀ ਨੇ ਲਿਖਿਆ, ਮੈਂ ਨਾਂ ਭੁੱਲ ਗਿਆ, ਚੁੰਬ ਹੈ ਮਗਰ ਲੱਗਦਾ ਉਹਦੇ, ਉਹਨੇ ਲਿਖਿਆ ਕਿ ਜਦੋਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਨਾ 1984 ਦਾ, ਕਿ 1 ਲੱਖ ਵਿਅਕਤੀ ਦੇ ਮਗਰ ਜੇ ਅਨੁਪਾਤ ਕੱਢੀਏ ਤਾਂ ਕਿੰਨੀਆਂ ਮੌਤਾਂ ਹੋ ਰਹੀਆਂ ਸੀ, ਜਿਹਨੂੰ ਅਸੀਂ ਅਨਿਆਈ ਮੌਤ ਕਹਿੰਦੇ, ਜਾਂ ਕਿੰਨੇ ਕਤਲ ਹੋ ਰਹੇ ਸੀ। ਸਾਧ ਸੰਗਤ ਜੀ, ਸਭ ਤੋਂ ਵੱਧ ਗੁਜਰਾਤ ਯੂਪੀ ਦੇ ਵਿੱਚ ਹੋ ਰਹੇ ਸੀ, ਬੰਗਾਲ 'ਚ, ਬਿਹਾਰ 'ਚ ਹੋ ਰਹੇ ਸੀ। ਸਭ ਤੋਂ ਘੱਟ ਸਿੱਕਮ ਦੇ ਵਿੱਚ ਹੋਏ, ਅਤੇ ਉਹਦੇ ਉੱਪਰ ਜੇ ਉਹਦੇ ਤੋਂ ਉੱਪਰਲਾ ਨੰਬਰ ਸੀ ਉਹ ਪੰਜਾਬ ਦਾ ਸੀ। ਉਦੋਂ 17 ਸਟੇਟਾਂ ਸੀ, ਅਤੇ 17 ਸਟੇਟਾਂ ਦੇ ਵਿੱਚੋਂ ਸਭ ਤੋਂ ਥੱਲੇ ਇੱਕ ਨੂੰ ਛੱਡ ਕੇ ਪੰਜਾਬ ਸੀ। ਕਿਸੇ 'ਚ 200 ਲੱਖ ਦੇ ਮਗਰ, ਕਿਸੇ 'ਚ 250 ਕਤਲੋਗਾਰਦ ਹੋਈ ਇੱਕ ਮਹੀਨੇ ਦੇ ਵਿੱਚ, 1 ਲੱਖ ਦੇ ਮਗਰ। ਪਰ ਪੰਜਾਬ ਦੇ ਵਿੱਚ 79 ਦੀ ਕਤਲੋਗਾਰਦ ਹੋਈ ਰਿਕਾਰਡ ਦੇ ਮੁਤਾਬਕ। ਅਤੇ ਜੇ ਇੱਥੇ ਹਾਲਾਤ ਖਰਾਬ ਸੀ ਤਾਂ ਫਿਰ ਬਿਹਾਰ 'ਚ ਵੀ, ਗੁਜਰਾਤ 'ਚ ਵੀ, ਯੂਪੀ 'ਚ ਵੀ, ਰਾਜਸਥਾਨ 'ਚ ਵੀ ਹਾਲਾਤ ਖਰਾਬ ਸੀ, ਉੱਥੇ ਹੀ ਫੌਜ ਲਾ ਦੇਣੀ ਚਾਹੀਦੀ ਸੀ। ਇਹ ਇੱਕ ਬਹਾਨਾ, ਪਰ ਤੁਸੀਂ ਹੈਰਾਨ ਹੋਵੋਗੇ ਕਿ ਕੇਵਲ ਤੁਹਾਨੂੰ ਰਾਜਨੀਤਿਕ ਆਗੂਆਂ ਨੂੰ, ਧਾਰਮਿਕ ਆਗੂਆਂ ਨੂੰ ਹੀ ਓਲੇ ਵਿੱਚ ਨਹੀਂ ਰੱਖਿਆ, ਪਰਦੇ ਪਿੱਛੇ ਨਹੀਂ ਰੱਖਿਆ। ਇੱਥੇ ਤਾਂ BSP, ਭਾਰਤੀ ਫੌਜ, CID, ਜਿੰਨੀ ਕਾਊਂਟਰ ਇੰਟੈਲੀਜੈਂਸੀ ਦੇ ਜਿੰਨੇ ਸਿੱਖ ਸੀ ਨਾ, ਕੁਝ ਗੈਰ ਸਿੱਖ ਵੀ, ਉਹਨਾਂ ਨੂੰ ਵੀ ਸਾਧ ਸੰਗਤ ਇਹ ਗੱਲ 'ਤੇ ਪਿਣਕ ਨਹੀਂ ਪੈਣ ਦਿੱਤੀ। ਇਸ ਕਰਕੇ ਹੀ ਉਹ ਹੈਰਾਨ ਸਨ ਕਿ ਇੰਨੀਆਂ ਵੱਡੀਆਂ ਫੌਜਾਂ ਪੰਜਾਬ ਦੇ ਵਿੱਚ ਤੈਨਾਤ ਕਿਉਂ ਹੋ ਗਈਆਂ, ਜਿਨ੍ਹਾਂ ਦਾ ਮੈਂ ਕੱਲ੍ਹ ਥੋੜ੍ਹਾ ਜ਼ਿਕਰ ਕੀਤਾ ਸੀ ਇੱਥੇ। BSF ਦੇ DIG, IG ਪੰਧੇਰ, ਉਹ ਹੈਰਾਨ ਵੀ ਇੰਨੀਆਂ ਵੱਡੀਆਂ ਫੌਜਾਂ। ਸਾਧ ਸੰਗਤ ਜੀ, ਇੱਥੇ ਓਂਕਾਰ ਸਿੰਘ ਥਾਪਰ, ਬ੍ਰਿਗੇਡੀਅਰ ਫੌਜ ਦਾ, ਜਿਹੜਾ ਇੱਥੇ ਤੈਨਾਤ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ। ਇੱਥੇ DC ਗੁਰਦੇਵ ਸਿੰਘ, ਇੱਥੇ ਇੰਟੈਲੀਜੈਂਸੀ ਦਾ ਚੀਫ ਮਹਿੰਦਰਪਾਲ ਸਿੰਘ ਔਲਖ,
ਕੁਝ ਹੋਰ ਵੀ ਹਿੰਦੂ ਅਫਸਰ ਵੀ ਇਸ ਗੱਲ ਤੋਂ ਹੈਰਾਨ ਸਨ ਵੀ ਇਹ ਕਾਹਦੇ ਲਈ ਨਹੀਂ ਤੈਨਾਤੀ ਹੋ ਰਹੀ। ਇਹਦਾ ਸਿੱਧਾ ਅਰਥ ਹੈ ਕਿ ਸੈਂਟਰ ਗੌਰਮੈਂਟ ਦੀ ਇੰਦਰਾ ਗਾਂਧੀ ਦੇ ਕੁਝ ਜਿਹੜੀ ਜਿਹਨੂੰ ਕਿਚਨ ਕੈਬਨਿਟ ਕਹਿ ਲੈਂਦੇ ਆਪਾਂ, ਉਸ ਕੈਬਨਿਟ ਦਾ ਇਹ ਫੈਸਲਾ ਸੀ ਕਿ ਤੁਰੰਤ ਜਾ ਕੇ ਇਹ ਕਾਰਵਾਈ ਕਰਨੀ ਆ। ਉੱਪਰੋਂ ਇਹੋ ਜਿਹੇ ਹੁਕਮ ਸੀ ਤੇ ਉਹ ਜਿਹੜੇ ਹੁਕਮ ਲੈ ਕੇ ਆਏ ਸੀ ਨਾ, ਇੰਨੇ ਕੁ ਫਰੇਬੀ ਤੇ ਝੂਠੇ, ਜਿਨ੍ਹਾਂ ਦਾ ਹੁਣ ਤੱਕ ਤੇ ਬਹੁਤ ਸਾਰੀਆਂ ਇੰਟਰਵਿਊ ਨੈੱਟ ਤੇ ਪਈਆਂ, ਤੁਸੀਂ ਦੇਖ ਸਕਦੇ ਹੋ। ਜਨਰਲ ਬਰਾੜ ਕਹਿੰਦਾ, ਕੁਲਦੀਪ ਬਰਾੜ ਕਹਿੰਦਾ ਕਿ ਮੈਨੂੰ ਸਿਰਫ 2 ਜੂਨ ਨੂੰ ਪਤਾ ਲੱਗਾ। ਕਿੱਡਾ ਵੱਡਾ ਝੂਠ। ਮੇਰਠ ਤੋਂ ਚੱਲ ਕੇ ਉਹਦੀ ਬਟਾਲੀਅਨ 30 ਤਰੀਕ ਨੂੰ ਇੱਥੇ ਪਹੁੰਚ ਗਈ ਅੰਮ੍ਰਿਤਸਰ। 30 ਤਰੀਕ ਨੂੰ ਜਿਹਦੀ ਉਹ ਕਮਾਂਡ ਕਰਦਾ, ਉਹ ਬਟਾਲੀਅਨ 30 ਤਰੀਕ ਨੂੰ ਪਹੁੰਚ ਗਈ ਤੇ ਉਹ ਇੰਟਰਵਿਊ 'ਚ ਕਹਿੰਦਾ ਮੈਨੂੰ 2 ਜੂਨ ਨੂੰ ਪਤਾ ਲੱਗਾ। ਵੀ ਕਿੰਨੇ ਕੁ ਝੂਠ ਬੋਲੋਗੇ। ਰਹੋ ਵਿਚਾਰ, ਮੈਂ ਇਸ ਪਾਸੇ ਨਾ ਜਾਵਾਂ। ਸਾਧ ਸੰਗਤ ਜੀ, ਜਿਹੜਾ ਧਰਮ ਹੁੰਦਾ ਨਾ, ਧਰਮ ਕੋਈ ਵੀ ਹੋਵੇ, ਧਰਮ ਬੜੀ ਪਵਿੱਤਰ ਚੀਜ਼ ਹੈ। ਇਹ ਦੁਰਲੱਭ ਚੀਜ਼ ਹੈ। ਜਿਹੜਾ ਧਰਮ ਦੇ ਨਾਂ 'ਤੇ ਸਿਆਸਤ ਕਰਦਾ ਨਾ, ਉਹਦਾ ਹਸ਼ਰ ਕੀ ਹੋਇਆ। ਉਹ ਭਾਵੇਂ ਮੁਗਲ ਹੋਣ, ਉਹ ਭਾਵੇਂ ਮੁਸਲਮਾਨ ਹੋਣ, ਉਹ ਹਿੰਦੂ ਹੋਣ, ਉਹ ਅੰਗਰੇਜ਼ ਹੋਣ, ਕੋਈ ਵੀ ਹੋਵੇ, ਯਾਦ ਰੱਖਿਓ, ਭਾਵੇਂ ਸਿੱਖ ਹੋਣ, ਜਿਹੜੇ ਧਰਮ ਦੇ ਨਾਂ 'ਤੇ ਰਾਜਨੀਤੀ ਕਰਨਗੇ ਨਾ, ਵੀ ਧਰਮ ਨੂੰ ਵਰਤੋ, ਧਰਮ ਦੇ ਨਾਂ 'ਤੇ ਲੋਕਾਂ ਨੂੰ ਇਮੋਸ਼ਨਲ ਕਰੋ ਤੇ ਆਪਣਾ ਉੱਲੂ ਸਿੱਧਾ ਕਰੋ ਰਾਜਨੀਤਿਕ ਤੌਰ 'ਤੇ, ਉਹਦਾ ਹਸ਼ਰ ਮਾੜਾ ਹੋਊਗਾ। ਇੰਦਰਾ ਗਾਂਧੀ ਨੇ ਕੀਤਾ। ਇੱਥੇ ਸਾਡੇ 37 ਗੁਰਦੁਆਰਿਆਂ ਦਾ ਤਾਂ ਜ਼ਿਕਰ ਆ, ਉਹਨਾਂ ਦਾ ਗੁਰਦੁਆਰੇ ਜ਼ਿਆਦਾ ਨੇ, ਹੁਣ ਇਹਦਾ ਹੋਰ ਵੀ ਪੜਚੋਲ ਹੋ ਰਹੀ ਹੈ। 37 ਗੁਰਦੁਆਰਿਆਂ 'ਤੇ ਹਮਲਾ ਕੀਤਾ। ਇੱਥੋਂ ਦਾ ਜ਼ਿਕਰ ਵੀ ਆਪਾਂ ਕਰਦੇ ਹਾਂ, ਪਰ ਮੈਂ ਪਹਿਲਾਂ ਹੀ ਬੇਨਤੀ ਕਰ ਲਾਂ ਕਿ ਉਹਦੇ ਤੋਂ ਬਾਅਦ ਜਿਹੜੀ ਭਾਰਤ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ, ਉਹ ਇਲੈਕਸ਼ਨ ਵੇਖ ਸਕੀ? ਉਹ ਨਹੀਂ ਨਾ ਵੇਖ ਸਕੀ। ਪਰ ਠੀਕ ਹੈ ਵੀ ਉਹਨਾਂ ਨੇ ਜੋ ਸਾਡਾ ਇੱਥੇ ਹਸ਼ਰ ਕੀਤਾ ਤੇ ਹਿੰਦੁਸਤਾਨ ਭਰ ਨੂੰ ਇਹ ਦਿਖਾਇਆ ਕਿ ਆਹ ਦੇਖੋ ਅਸੀਂ ਸਿੱਖ ਕੌਮ ਨੂੰ ਕੁਚਲ ਦਿੱਤਾ। ਉਹਦੇ ਇਵਜ਼ ਦੇ ਵਿੱਚ ਇੰਦਰਾ ਗਾਂਧੀ ਤਾਂ ਰਹੀ ਨਹੀਂ, ਪਰ ਕਾਂਗਰਸ ਨੇ ਬਹੁਤ ਵੱਡੀ ਰਾਜਨੀਤਿਕ ਤੌਰ 'ਤੇ ਜਿੱਤ ਪ੍ਰਾਪਤ ਕਰਕੇ ਖੁਸ਼ੀਆਂ ਦੇ ਡੰਕੇ ਵਜਾਏ ਵੀ ਆਹ ਤਾਂ ਬੜੀ ਵੱਡੀ ਗੱਲ ਹੋ ਗਈ। ਤੇ ਦੂਜਾ ਜਿਹੜਾ ਉਸੇ ਹੀ ਸਾਲ ਦੇ ਵਿੱਚ ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਮਰਨ ਤੋਂ ਸ਼ਰੇਆਮ ਕਤਲੇਆਮ ਕੀਤਾ ਗਿਆ, ਉਹ ਵੀ ਇੱਕ ਰਾਜਨੀਤਿਕ ਪੈਂਤਰਾਈ ਸੀ। ਇੱਥੇ ਬੰਦੇ ਦੀ ਕੋਈ ਕਦਰ ਨਹੀਂ। ਰਾਜਨੀਤੀ ਦੀ ਕਮਰ ਹੈ, ਰਾਜ ਸੱਤਾ ਸਾਨੂੰ ਹਾਸਲ ਹੋਣੀ ਚਾਹੀਦੀ ਹੈ। ਇਹ ਕੁਝ ਕੀਤਾ ਤੇ ਇਹ ਕਰਨ ਵਾਸਤੇ ਇਹ ਨਹੀਂ ਸੋਚਿਆ ਵੀ ਇਸ ਪਾਵਨ ਦਰਬਾਰ ਤੇ ਜਿਹੜੇ ਵੀ ਹੁਣ ਤੱਕ ਚੜ੍ਹ ਕੇ ਆਏ, ਉਹਨਾਂ ਕੋਲ ਤਾਂ ਆਪਣੀ ਬਹੁਤ ਵੱਡੀਆਂ ਸ਼ਕਤੀਆਂ ਸੀ। ਉਹ ਇਸ ਦੇਸ਼ ਦੇ ਵਸਨੀਕ ਵੀ ਨਹੀਂ ਸੀ। ਉਹ ਤੇ ਹਮਲਾਵਰ ਪਹਿਲਾਂ ਤੋਂ ਹੁੰਦੇ ਆਏ ਸੀ ਤੇ ਉਹਨਾਂ ਦਾ ਜੇ ਅਸਰ ਹੋਇਆ ਤੇ ਸਾਡਾ ਨਹੀਂ ਹੋਏਗਾ। ਇਹ ਸਭ ਕੁਝ ਬਿਨਾਂ ਸੋਚੇ ਸਮਝੇ ਤੋਂ ਸਾਧ ਸੰਗਤ ਜੀ ਇੱਥੇ ਬਹੁਤ ਵੱਡੀ ਨਫ਼ਰੀ ਭੇਜੀ ਫੌਜ ਦੀ। ਮੈਂ ਇੱਕ ਮਿੰਟ ਵਾਸਤੇ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂ। ਜਦੋਂ ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਪਿਆਨਾ ਕਰ ਗਏ, ਉਹਨਾਂ ਨੇ ਇੱਕ ਬਚਨ ਪਹਿਲਾਂ ਸੁਭਾਵਿਕ ਕਿਹਾ ਸੀ, ਸਾਲ 1.5 ਸਾਲ ਹੋਏਗਾ ਪਹਿਲਾਂ। ਕਹਿੰਦੇ ਸਿੰਘੋ, ਜਦੋਂ ਤੱਕ ਮੇਰੀ ਜ਼ਿੰਦਗੀ ਹੈ ਮੈਂ ਧਰਮ ਦਾ ਪ੍ਰਚਾਰ ਕਰਨਾ ਹੈ, ਧਰਮ ਦੇ ਧਮਸੇ ਵਜਾਉਣੇ ਆ, ਪਰ ਜਦੋਂ ਮੇਰੀ ਜ਼ਿੰਦਗੀ ਨਹੀਂ ਰਹੇਗੀ ਨਾ, ਉਦੋਂ ਜਿਹੜਾ ਧਰਮ ਦਾ ਪ੍ਰਚਾਰ ਹੋਏਗਾ ਇਹਦੇ ਤੋਂ 10 ਗੁਣਾ, ਫਿਰ ਕਹਿੰਦੇ 100 ਗੁਣਾ, ਫਿਰ ਕਹਿੰਦੇ ਬਹੁਤ ਜ਼ਿਆਦਾ। ਕਹਿੰਦੇ ਧਰਮ ਦਾ ਪ੍ਰਚਾਰ ਹੋਊਗਾ। ਅਸੀਂ ਹੈਰਾਨ ਸਾਂ ਕਿ ਚੜ੍ਹਦੀ ਉਮਰ ਦਿਨ ਦੇ ਵਿੱਚ 8-8 ਥਾਵਾਂ 'ਤੇ ਪ੍ਰੋਗਰਾਮ ਕਰਕੇ ਧਰਮ ਦਾ ਪ੍ਰਚਾਰ ਕਰ ਰਹੇ ਨੇ, ਇਹਦੇ 'ਤੇ ਚਲੇ ਗਏ ਫਿਰ ਕੀ ਪ੍ਰਚਾਰ ਹੋਊ। ਖੈਰ ਮੈਂ ਵਿਸਥਾਰ ਵਿੱਚ ਇਸ ਪਾਸੇ ਨਾ ਜਾਵਾਂ। ਉਹਨਾਂ ਨੇ ਬਚਨ ਕਹੇ, ਉਹ ਚਲੇ ਗਏ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੁਖੀ ਬਣ ਗਏ ਦਮਦਮੀ ਟਕਸਾਲ ਦੇ। ਉਹਨਾਂ ਪਹਿਲੇ ਦਿਨ ਹੀ
ਜਦੋਂ ਮਹਾਂਪੁਰਖਾਂ ਦਾ ਦੁਸਹਿਰਾ ਸੀ ਉੱਥੇ ਹੀ ਕੁਝ ਵਚਨ ਕਹੇ ਕਿ ਭਾਈ ਜਿਹੜਾ ਗੁਰੂ ਡੰਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਣ ਭਰਿਆ ਨਾ, ਇਹਦੇ ਨਾਲ ਸਾਨੂੰ ਸਿੱਝਣਾ ਪੈਣਾ ਔਰ ਸਿੱਝਾਂਗੇ। ਇਹ ਪਹਿਲੇ ਦਿਨ ਹੀ ਵਚਨ ਕਹੇ ਤੇ ਨਾਲ ਇਹ ਕਿਹਾ ਕਿ ਜਿਹੜੀ ਸਤਿਕਾਰਯੋਗ ਬਾਬਾ ਠਾਕਰ ਸਿੰਘ ਜੀ ਨੇ ਸਾਰੇ ਜੱਥੇ ਦੇ ਸਮੇਤ ਮਿਲ ਕੇ ਮੇਰੇ ਸਿਰ ਤੇ ਇਹ ਜ਼ਿੰਮੇਵਾਰੀ ਦੀ ਪੰਡ ਰੱਖੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਡੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਇਆ ਜਾ ਸਕੇ ਤੇ ਇਸ ਪੰਡ ਦੇ ਭਾਰ ਨੂੰ ਮੈਂ ਬਰਦਾਸ਼ਤ ਕਰ ਸਕਾਂ ਔਰ ਕੁਸ਼ਲਤਾ ਸਹਿਤ ਆਪਣੀ ਜ਼ਿੰਮੇਵਾਰੀ ਨਿਭਾਵਾਂ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਉਹਨਾਂ ਹੀ ਬਚਨ ਕੀਤੇ ਸੀ। ਸਾਧ ਸੰਗਤ ਉਹਨਾਂ ਆਪਣੇ ਰਹਿੰਦਿਆਂ ਦੇਖੋ ਕਿਹੋ ਜਿਹੇ ਇੱਥੇ 1978 ਦਾ ਸਾਕਾ ਵਾਪਰਿਆ, ਉਹਨਾਂ ਦੀ ਗ੍ਰਿਫਤਾਰੀ ਹੋਈ, ਪਰ ਇਸ ਦੇ ਬਾਵਜੂਦ ਉਹਨਾਂ ਨੇ 2 ਕਥਾ ਸੰਪੂਰਨ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਵਿਚਰ ਕੇ ਪੰਜਾਬ ਵਿੱਚ, ਹਿੰਦੁਸਤਾਨ ਭਰ ਵਿੱਚ, ਭਾਰਤ ਭਰ ਵਿੱਚ ਵਿਚਰੇ। ਤੀਸਰੀ ਕਥਾ ਚੱਲ ਰਹੀ ਸੀ, ਨਾਲ ਦਸਮ ਗ੍ਰੰਥ ਦੀ ਕਥਾ, ਇਤਿਹਾਸ ਦੀ ਕਥਾ। ਇੱਥੇ ਧਰਮ ਯੁੱਧ ਮੋਰਚੇ 'ਚ ਰਹਿੰਦਿਆਂ ਹੋਇਆਂ ਵੀ ਕਥਾ ਕਰਨੀ। ਫਿਰ ਤੁਸੀਂ ਸਮਾਜਿਕ ਕਾਰਜ ਦੇਖ ਲਓ, 1982 ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਤਾਂ ਉਹਨਾਂ ਨੇ ਸੈਂਕੜੇ ਪੰਚ ਸਰਪੰਚ ਸਰਬਸੰਮਤੀ ਨਾਲ ਇੱਥੇ ਸੱਦ ਕੇ ਚੁਣ ਦਿੱਤੇ। ਗੌਰਮੈਂਟਾਂ ਵਾਸਤੇ ਬੜੀਆਂ ਔਖੀਆਂ ਗੱਲਾਂ ਹੁੰਦੀਆਂ ਨੇ ਇਹ, ਜਿਹੜੀ ਚੋਣ ਪ੍ਰਕਿਰਿਆ ਨੂੰ ਇੱਕ ਵਿਅਕਤੀ ਤੇ ਆਸਥਾ ਰੱਖ ਕੇ ਉਹਨੂੰ ਮੰਨ ਲੈਣਾ, ਲੈ ਭਾਈ ਆਹ ਪਿੰਡ ਦਾ ਸਰਪੰਚ ਹੈ, ਤੁਸੀਂ ਇਹਦਾ ਸਾਥ ਦਿਓ। ਸੈਂਕੜੇ, ਇੱਕ ਪਿੰਡ ਨਹੀਂ। ਫਿਰ ਸੈਂਕੜੇ ਉਹ ਲੋਕ ਜਿਹੜੀਆਂ ਘਰਾਂ ਦੀਆਂ ਮਜਬੂਰੀਆਂ, ਝਗੜੇ ਲੈ ਕੇ ਆਉਂਦੇ ਸੀ, ਉਹ ਵੀ ਹੱਲ ਕਰਨੇ। ਉਹ ਕੇਵਲ ਸਿੱਖਾਂ ਦੇ ਨਹੀਂ, ਉਹਦੇ 'ਚ ਬਹੁਤ ਸਾਰੇ ਗੈਰ ਸਿੱਖ ਵੀ ਆਉਂਦੇ ਸੀ, ਉਹਨਾਂ ਦੀ ਫਰਿਆਦ ਸੁਣਦੇ ਔਰ ਉਹਨੂੰ ਹੱਲ ਕਰਦੇ। ਤੇ ਫਿਰ ਹਰ ਤਰ੍ਹਾਂ ਦਾ ਇੱਥੇ ਵਿਅਕਤੀ ਆਉਂਦਾ, ਕੋਈ ਮੈਂਬਰ ਪਾਰਲੀਮੈਂਟ ਆਏ, ਕੋਈ ਹੋਰ ਲੀਡਰ ਆਏ, ਪ੍ਰੈਸ ਆਉਂਦੀ ਸੀ ਦੇਸ਼ ਵਿਦੇਸ਼ ਦੀ, ਉਹਦੇ ਨਾਲ ਵੀ ਸਮਾਂ ਕੱਢਦੇ, ਉਹਨੂੰ ਆਪਣਾ ਸਾਰਾ ਇੱਥੋਂ ਦਾ ਮਸਲਾ ਦੱਸਦੇ ਵੀ ਸਾਨੂੰ ਸਾਡੀਆਂ ਮੰਗਾਂ ਕੀ, ਅਸੀਂ ਚਾਹੁੰਦੇ ਕੀ ਆ। ਇਹ ਖੁਲਾਸਾ ਵੀ ਹੁੰਦਾ। ਉਹਦੇ ਵਿੱਚ ਹਰ ਪਾਰਟੀ ਦਾ ਆਗੂ ਇੱਥੇ ਆਇਆ, ਉਹਦੇ ਨਾਲ ਵੀ ਬੈਠੇ। ਤੇ ਇੱਥੇ ਰਹਿੰਦਿਆਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਖਾਵੇਂ ਤਾਲੁਕਾਤ ਰੱਖ ਕੇ ਮੋਰਚੇ ਨੂੰ ਚਲਾਉਣਾ ਤੇ ਤਰ੍ਹਾਂ ਤਰ੍ਹਾਂ ਦੀ ਸਾਧ ਸੰਗਤ ਜੀ ਪਿੰਡਾਂ ਦੀ ਆਈ ਸੰਗਤ ਨੂੰ ਇਕਮੁੱਠ ਹੋਣ ਦਾ ਸੱਦਾ ਦੇਣਾ, ਅੰਮ੍ਰਿਤ ਛਕਣ ਦਾ ਪ੍ਰੇਰਨਾ ਦੇਣੀ। ਇਹ ਬਹੁਤ ਵੱਡੀਆਂ ਗੱਲਾਂ ਸਨ, ਕਿਉਂਕਿ ਹਾਲਾਤ ਸਧਾਰਨ ਨਹੀਂ ਸਨ, ਪਰ ਉਹਨਾਂ ਦੀ ਸਹਿਜ ਅਵਸਥਾ ਸਧਾਰਨ ਸੀ। ਵੱਡੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਵੀ ਉਹ ਸਿੰਘਾਂ ਨੂੰ ਸੰਥਿਆ ਕਰਾਉਂਦੇ ਦੇਖੇ ਗਏ, ਬਾਣੀ ਪੜ੍ਹਾਉਂਦੇ ਦੇਖੇ ਗਏ, ਅੰਮ੍ਰਿਤ ਸੰਚਾਰ ਕਰਦੇ ਦੇਖੇ ਗਏ, ਅੰਮ੍ਰਿਤ ਸੰਚਾਰ ਲਈ ਸਿੰਘ ਭੇਜਦੇ ਦੇਖੇ ਗਏ। ਇਹ ਸਭ ਕੁਝ ਹੋਇਆ। ਪਰ ਮੈਂ ਦੂਜੇ ਪਾਸੇ ਆਵਾਂ, ਜਿਹੜੇ ਲੋਕ ਥੋੜ੍ਹੀ ਜਿਹੀ ਮਨ ਵਿੱਚ ਹਲੇ ਵੀ ਭੁਲੇਖਾ ਰੱਖਦੇ ਨੇ ਕਿ ਇੱਥੇ ਏਡੀ ਵੱਡੀ ਪੱਧਰ 'ਤੇ ਤਿਆਰੀ ਕਿਵੇਂ ਕਰ ਲਈ ਫੌਜ ਨਾਲ ਯੁੱਧ ਕਰਨ ਦੀ। ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ ਮੁਖੀ ਕੋਈ ਸਧਾਰਨ ਵਿਅਕਤੀ ਨਹੀਂ ਹੁੰਦੇ। ਖਿਮਾ ਕਰਨਾ ਮੈਨੂੰ, ਕਿਉਂਕਿ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ। ਕਹਿਣਗੇ ਵੀ ਇਹ ਆਪਦੀ ਡੋਡੂਗੀ ਵਜਾਉਂਦਾ, ਨਹੀਂ, ਇਹ ਗੱਲ ਨਹੀਂ। ਸੰਤਾਂ ਨੇ ਹਰ ਸਟੇਜ ਤੋਂ ਕਿਹਾ ਕਿ ਲੱਖਾਂ ਦੀ ਗਿਣਤੀ ਦਾ ਇੱਥੇ ਘੇਰਾ ਪੈਣਾ, ਸਿੰਘੋ ਉਹਦੇ ਲਈ ਤਿਆਰੀ ਕਰੋ। ਕਿਉਂ ਕਹਿੰਦੇ ਸੀ? ਉਹਨਾਂ ਨੂੰ ਦੀਂਦਾ ਸੀ, ਉਹਨਾਂ ਨੂੰ ਇਸ ਗੱਲ ਦਾ ਅਨੁਭਵ ਸੀ ਕਿ ਆਹ ਕੁਝ ਸਾਡੇ ਨਾਲ ਵਾਪਰਨਾ। ਮੈਂ ਇਹ ਵੀ ਬੇਨਤੀ ਕਰਾਂ, ਉਹ ਧਰਮ ਯੁੱਧ ਮੋਰਚੇ ਵੇਲੇ ਨਹੀਂ ਕਹਿਣ ਲੱਗੇ, ਜਦੋਂ ਵਿਚਰਦੇ ਸੀ ਨਾ ਪੰਜਾਬ ਵਿੱਚ, ਭਾਰਤ ਭਰ ਵਿੱਚ, ਉਦੋਂ ਵੀ ਕਹਿੰਦੇ ਸੀ ਵੀ 84 ਦੇ ਵਿੱਚ ਬਹੁਤ ਕੁਝ ਆਪਾਂ ਨੂੰ ਇੱਥੇ ਦੇਖਣਾ ਪੈਣਾ। ਸੋ ਉਹਨਾਂ ਨੇ ਤਿਆਰੀ ਇਸ ਵਾਸਤੇ ਕੀਤੀ ਕਿਉਂਕਿ ਘਟਨਾ ਜਿਹੜੀ ਚੱਲ ਰਹੀ ਸੀ ਨਾ, ਘਟਨਾਕ੍ਰਮ ਸੈਂਟਰ ਦੀ, ਕੇਂਦਰ ਦੀ, ਚਕਰਤਾ ਵਿਖੇ ਉੱਥੇ ਜੋ ਤਿਆਰੀਆਂ ਹੋ ਰਹੀਆਂ ਸੀ, ਮਾਡਲ ਬਣਾਏ ਜਾ ਰਹੇ ਸੀ, ਉਹ ਸਾਨੂੰ ਤੁਹਾਨੂੰ ਭੁਲੇਖਾ ਹੋ ਸਕਦਾ, ਸੰਤ ਜਰਨੈਲ ਸਿੰਘ ਨੂੰ ਭੁਲੇਖਾ ਨਹੀਂ ਸੀਗਾ। ਉਹਦੇ ਤੇ ਇੱਕ ਇਹੋ ਜਿਹਾ ਫੁਲਾਦੀ ਜਰਨੈਲ ਸ਼ਵੇਕ ਸਿੰਘ ਮਿਲ ਗਿਆ। ਸਾਧ ਸੰਗਤ ਜੀ,
ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਵਰਗੇ ਕੁਸ਼ਲ ਸਲਾਹਕਾਰ ਮਿਲ ਗਏ, ਭਾਈ ਰਿਸ਼ਪਾਲ ਸਿੰਘ ਪੀਏ ਵਰਗੇ, ਗੁਰਮੁਖ ਸਿੰਘ ਵਰਗੇ ਗੜਵਈ ਪੀਏ ਮਿਲ ਗਏ। ਮੈਂ ਵੀ ਬੇਨਤੀ ਕਰਾਂ ਕਿ ਦੁਨੀਆ ਦਾ ਕੋਈ ਇਹੋ ਜਿਹਾ ਮਹਾਂਪੁਰਖ ਹੋਇਆ, ਇਹੋ ਜਿਹਾ ਕੋਈ ਜਰਨੈਲ ਆਗੂ ਹੋਇਆ ਕਿਸੇ ਕੌਮ ਦਾ? ਤੁਸੀਂ ਇਤਿਹਾਸ ਪੜ੍ਹੇ ਹੋਣਗੇ ਕਿ ਕਾਲੇ ਪਾਣੀਆਂ ਦੀ ਜਦੋਂ ਸਜ਼ਾ ਹੋਈ ਤੇ ਉਦੋਂ ਆਗੂਆਂ ਦੇ ਜਿਹੜੇ ਗੜਵਾਈ ਸੀ ਉਹ ਵੀ ਕਹਿੰਦੇ ਬਾਬਾ ਜੀ ਇੱਥੋਂ ਤੱਕ ਹੀ ਆਉਣਾ ਸੀ, ਮੈਂ ਤਾਂ ਹੁਣ ਗਾਂ ਵਾਲੀ ਸਜ਼ਾ ਤੁਸੀਂ ਭੁਗਤੋ। ਪਰ ਨਹੀਂ, ਇੱਥੇ ਕਿਹਦਾ ਮੈਂ ਨਾਂ ਲਵਾਂ? ਜਿਹੜਾ ਇੱਕ ਤੋਂ ਗਾਂਹ ਹੋ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਆਪਣੀ ਜਿੰਦ ਵਾਰਨ ਵਾਸਤੇ ਤਿਆਰ ਸੀ, ਜਿਹਦੇ ਵਿੱਚ ਸਾਧ ਸੰਗਤ ਜੀ ਭਾਵੇਂ ਸੰਤਾਂ ਦਾ ਡਰਾਈਵਰ ਹੋਵੇ, ਸੰਤਾਂ ਦਾ ਗੜਵਈ ਹੋਵੇ, ਸੰਤਾਂ ਦਾ ਪੀਏ ਹੋਵੇ, ਸੰਤਾਂ ਦਾ ਸਲਾਹਕਾਰ ਹੋਵੇ, ਸੰਤਾਂ ਦਾ ਜਰਨੈਲ ਹੋਵੇ, ਸੰਤਾਂ ਦਾ ਭਤੀਜਾ ਹੋਵੇ, ਸੰਤਾਂ ਦਾ ਭਰਾ ਹੋਵੇ, ਕਿਹਦੇ ਨਾਲ ਲਈਏ ਇੱਥੇ? ਕਿਹਨੇ ਹੱਸ ਕੇ ਸ਼ਹੀਦੀ ਨਹੀਂ ਪਾਈ? ਪਰ ਦੂਜੇ ਪਾਸੇ ਮੈਂ ਇਹ ਵੀ ਬੇਨਤੀ ਕਰਾਂ, ਕਿਸੇ ਸ਼ਰਾਬੀ ਨੂੰ ਸੁਧਾਰ ਕੇ ਸੰਤਾਂ ਨੇ ਭਾਈ ਰਸਾਲ ਸਿੰਘ ਵਰਗੇ ਨੂੰ ਕਿਤੇ ਖੰਡੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਨਾਲ ਜੋੜਿਆ ਹੋਵੇ, ਉਹ ਵੀ ਆਪਾਂ ਵਾਰਨ ਵਾਸਤੇ ਤਰਾਨੇ ਗਾ ਰਿਹਾ ਹੋਵੇ। ਕਾਰ ਸੇਵਾ ਦੀਆਂ ਟੋਕਰੀਆਂ ਢੋਣ ਵਾਲੇ ਉਹ ਇੱਕ ਤੋਂ ਦੂਜਾ ਮੂਹਰੇ ਹੋ ਕੇ ਲੜਨ ਵਾਸਤੇ, ਸ਼ਹੀਦੀ ਪਾਉਣ ਵਾਸਤੇ ਤਿਆਰ ਹੋਵੇ। ਫੌਜ 'ਚ ਇਹ ਜਜ਼ਬਾ ਹੋ ਸਕਦਾ? ਫੌਜ 'ਚ ਨਹੀਂ ਹੋ ਸਕਦਾ। ਇਹ ਆਮ ਪਿੰਡਾਂ ਦੇ ਲੋਕ ਆਪਣੀਆਂ ਰਫਲਾਂ ਲੈ ਕੇ, ਆਪਣੇ ਹਥਿਆਰ ਜਿਹੜੇ ਉਹਨਾਂ ਦੇ ਲਾਇਸੈਂਸੀ ਹਥਿਆਰ ਸੀ ਉਹ ਲੈ ਕੇ ਪਹੁੰਚ ਜਾਣ ਕਿ ਮਹਾਂਪੁਰਖੋ ਸਾਡੀ ਸੇਵਾ ਪ੍ਰਵਾਨ ਕਰੋ। ਇੱਕ ਨੌਜਵਾਨ 26 ਸਾਲ ਦੀ ਉਮਰ ਸੰਤਾਂ ਕੋਲੇ ਪਿੱਛੇ ਜੇ ਖੜਾ ਸੰਗਤ ਵਿੱਚ, ਜਦੋਂ ਬਚਨ ਬਲਾਸ ਹੋਟੇ ਸੰਤ ਕਹਿੰਦੇ ਗੁਰਮੁਖਾ ਭਾਈ ਤੇਰਾ ਕੀ ਨਾਂ ਹੈ? ਉਰੇ ਆ ਮੇਰੇ ਕੋਲ। ਦੱਸਿਆ ਆਪਦਾ ਨਾਮ, ਕੀ ਚਾਹੁੰਦਾ ਤੂੰ? ਤੇ ਸੰਤਾਂ ਦੇ ਬਿਲਕੁਲ ਕੋਲੇ ਹੋ ਕੇ ਕਹਿੰਦਾ ਮਹਾਰਾਜ ਮੇਰਾ ਸਿਰ ਲਵਾ ਦਿਓ ਕਿਤੇ। ਇਹ ਭਾਵਨਾਵਾਂ ਕੌਣ ਪੈਦਾ ਕਰ ਸਕਦਾ? ਪੈਦਾ ਕਰ ਸਕਦਾ? ਤੇ ਜਿਹੜੇ ਕੋਲ ਸਿੰਘ ਕਹਿੰਦੇ ਸੀ ਸਿੰਘਵਾ ਭਾਈ ਗੱਲ ਸੁਣੋ, ਆਹ ਸਿੰਘ ਦੀ ਗੱਲ ਸੁਣੋ ਕੀ ਕਹਿੰਦਾ ਹੈ। ਪੁੱਛਿਆ ਕੀ ਕਹਿੰਦਾ ਭਾਈ? ਆਂਦੇ ਮੈਂ ਤੇ ਮਹਾਂਪੁਰਖਾਂ ਨੂੰ ਕਿਹਾ ਮੇਰਾ ਸੀਸ ਲਵਾ ਦਿਓ ਇੱਥੇ ਕਿਤੇ। ਜਿਹੜੀਆਂ ਇਹ ਭਾਵਨਾਵਾਂ ਲੈ ਕੇ ਆਏ ਸੀ ਉਹ ਡਰ ਸਕਦੇ ਸੀ ਫੌਜ ਤੋਂ। ਫੌਜ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ। ਹਾਂ, ਜਿਹੜੇ ਇੱਥੇ ਰਹਿੰਦੇ ਸੀਗੇ ਫੌਜੀ ਅਫਸਰ, CID ਅਫਸਰ, ਸਿਵਲ ਦੇ ਅਫਸਰ, ਪੁਲਿਸ ਦੇ ਅਫਸਰ, ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਕਿਹਾ ਵੀ ਇਹ ਕੁਝ ਨਹੀਂ ਹੋਣਾ, ਕਿਸੇ ਨੇ ਇੱਥੇ ਸਰੈਂਡਰ ਨਹੀਂ ਕਰਨਾ। ਪਰ ਸਾਧ ਸੰਗਤ ਇਹਦੇ ਬਾਵਜੂਦ ਲੜਾਈ ਹੋਈ। ਪਹਿਲਾਂ ਪੈਰਾਸੂਟ ਦੇ ਰਾਹੀਂ ਵੀ ਇੰਨੇ ਕੁ ਬੰਦੇ ਫੜ ਕੇ ਹੀ ਮੁਕਾਬਲਾ ਕਰ ਲੈਣਗੇ, ਕਿਉਂਕਿ ਜਨਰਲ ਕੁਲਦੀਪ ਤੇ ਆਪਦੀ ਸੋਚਣੀ ਤੇ ਸੀ ਨਾ। ਜਦੋਂ ਉਹਨਾਂ ਨੂੰ ਪਾਰ ਬੁਲਾਤਾ ਫਿਰ ਗੋਤਾਖੋਰ ਟ੍ਰੇਨਡ ਬੰਦੇ ਲਿਆਂਦੇ, ਇੱਕ ਸਰੋਵਰ ਵੀ ਦੀ ਤੈਰ ਕੇ ਲੰਘ ਜਾਣਗੇ। ਤੇ ਜਨਰਲ ਸ਼ਵੇਕ ਸਿੰਘ, ਭਾਈ ਅਮਰੀਕ ਸਿੰਘ, ਜਿਨ੍ਹਾਂ ਦੀ ਵਿਉਂਤਬੰਦੀ ਤੇ ਮੋਰਚਾਬੰਦੀ ਹੋਈ ਸੀ। ਹੁਣ ਸੋਚੋ ਵੀ ਮੋਰਚਾਬੰਦੀ ਦੀ ਜ਼ਰੂਰਤ ਸੀ ਕਿ ਜਾਂ ਜਨਰਲ ਕੁਲਦੀਪ ਆਉਂਦਾ ਤੇ ਗਲਮੇ ਤੋਂ ਫੜ ਕੇ ਲੈ ਜਾਂਦਾ ਅਮਰੀਕ ਸਿੰਘ ਹੁਣਾਂ ਨੂੰ, ਸੰਤਾਂ ਨੂੰ, ਸਾਰਿਆਂ ਨੂੰ, ਫੇਰ ਠੀਕ ਸੀ। ਹਲੇ ਵੀ ਵਿਚਾਰਦੇ ਹੋ ਵੀ ਮੋਰਚਾਬੰਦੀ ਕਿਉਂ ਹੋਈ? ਜਿਹੜਾ ਜਨਰਲ ਕੁਲਦੀਪ ਲੱਖ ਫੌਜ ਲੈ ਕੇ ਆਇਆ ਸੀ, ਮੱਥਾ ਟੇਕਣ ਆਇਆ ਸੀ, ਇੱਥੇ ਚੜ੍ਹ ਕੇ ਆਇਆ ਸੀ ਨਾ। ਫਿਰ ਜਿਹੋ ਜਿਹੀ ਭਾਵਨਾ ਲੈ ਕੇ ਕੋਈ ਆਵੇਗਾ ਨਾ ਇੱਥੇ, ਤੇ ਉਹੋ ਜਿਹਾ ਫਲ ਤਾਂ ਉਹਨੂੰ ਮਿਲਣਾ ਹੀ ਮਿਲਣਾ ਹੈ। ਫਿਰ ਸਾਧ ਸੰਗਤ ਜੀ ਉਹਦੇ ਤੋਂ ਬਾਅਦ ਮੈਂ ਜਕਾਰੇ ਵਾਲੇ ਸਿੰਘਾਂ ਨੂੰ ਬੇਨਤੀ ਕਰਾਂ, ਸਮਾਂ ਬੜਾ ਸੀਮਤ ਹੈ, ਧਿਆਨ ਨਾਲ ਬੇਨਤੀ ਸੁਣੋ, ਇਹ ਇਤਿਹਾਸਕ ਤੱਥ ਨੇ। ਸੋ ਫਿਰ ਉਹਦੇ ਤੋਂ ਬਾਅਦ ਹਰ ਦਰਵਾਜ਼ੇ ਤੋਂ ਕੱਲੇ ਕਮਾਂਡਰ ਦੀ ਉਹਨਾਂ ਨੇ ਫੌਜ ਭੇਜਣ ਦਾ ਯਤਨ ਕੀਤਾ। ਜਦੋਂ ਉਹਦਾ ਵੀ ਮੂੰਹ ਭੰਨਿਆ ਗਿਆ, ਸਾਧ ਸੰਗਤ ਇਹ ਵੀ ਮੈਂ ਬੇਨਤੀ ਕਰਾਂ, ਅਕਾਲ ਰੈਸਟ ਹਾਊਸ, ਗੁਰੂ ਰਾਮਦਾਸ ਰਾਂ, ਨਾਨਕ ਨਿਵਾਸ, ਇੱਥੇ ਭਾਈ ਅਮਰੀਕ ਸਿੰਘ ਦੀ ਫੈਡਰੇਸ਼ਨ ਦੇ ਬੰਦੇ, ਨੌਜਵਾਨ, ਜਾਂ ਇੱਥੇ ਦਲ ਖਾਲਸਾ ਦੇ ਜਾਂ ਹੋਰ ਵੀ ਗੁਰਸਿੱਖ ਸਨ, ਜਦੋਂ ਤੱਕ ਉਹਨਾਂ ਕੋਲ ਹਥਿਆਰ ਰਿਹਾ, ਗੋਲੀ ਛਿੱਕਾ ਰਿਹਾ, ਉਹ ਲੜੇ, ਡਰੇ ਨਹੀਂ ਉਹ ਵੀ। ਪਰ ਜਦੋਂ ਬਰੂਦ ਮੁੱਕ ਗਿਆ, ਗੋਲੀ ਛਿੱਕਾ ਮੁੱਕ ਗਿਆ, ਸੀਮਿਤ ਸਾਧਨ ਸੀ ਨਾ, ਤੁਸੀਂ ਤਾਂ ਦਿਨਾਂ ਦੇ ਭੁੱਖੇ ਪਿਆਸੇ,
ਤੇ ਉਹੀ ਬੰਦੇ ਰੋਜ਼ ਲੜਨ ਵਾਲੇ, ਉਹਨਾਂ ਦਾ ਤਾਂ ਤਰੋ ਤਾਜ਼ਾ ਅੱਜ ਵਾਲੀ ਫੌਜ ਪਿਛਾਂਹ ਕਰ ਲਓ ਤੇ ਕੱਲ ਨੂੰ ਨਵੀਂ ਭੇਜੋ। ਜਿਹੜੇ ਮਰ ਗਏ ਉਹਨਾਂ ਨੂੰ ਪਾਸੇ ਕਰ ਲਓ, ਉਹਨਾਂ ਦੀ ਥਾਂ ਤੇ ਨਵੇਂ ਭੇਜ ਦਿਓ। ਪਰ ਜਦੋਂ 5 ਤਰੀਕ ਆ ਗਈ ਨਾ, ਤੇ ਕਈਆਂ ਥਾਵਾਂ ਤੋਂ ਫੌਜ ਦੇ ਵਿੱਚੋਂ ਬਗਾਵਤ ਹੋ ਗਈ। ਜਿਹੜੇ ਫੌਜੀ, ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ, ਦੇਖੋ ਰੋਜੀ ਰੋਟੀ ਦੀ ਖਾਤਰ ਮਨੁੱਖ ਫੌਜ ਵਿੱਚ ਭਰਤੀ ਹੁੰਦਾ ਹੈ, ਉਹਨੂੰ ਆਪਣੇ ਪਰਿਵਾਰ ਦਾ ਰੁਜ਼ਗਾਰ ਵੀ ਦਿੰਦਾ ਹੈ, ਪਰ ਜਦੋਂ ਧਰਮ ਦੀ ਗੱਲ ਆ ਗਈ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਬਲਕਿ ਕਈ ਬ੍ਰਿਗੇਡੀਅਰ ਵਰਗੇ ਅਹੁਦਿਆਂ ਤੇ ਉੱਪਰ ਵੀ ਉਹਨਾਂ ਫੌਜੀਆਂ ਨੂੰ ਸੋਧ ਦਿੱਤਾ ਜਿਹੜੇ ਵਿਰੋਧ ਕਰਦੇ ਸੀ, ਅਪਸ਼ਬਦ ਬੋਲਦੇ ਸੀ ਗੁਰੂ ਬਾਰੇ। ਕਈ ਫੌਜੀ ਰਾਹ 'ਚ ਮਾਰੇ ਗਏ, ਸ਼ਹੀਦ ਹੋ ਗਏ, ਕਈ ਫੜੇ ਗਏ, ਲੰਮੀਆਂ ਸਜ਼ਾਵਾਂ ਹੋਈਆਂ। ਇਹ ਵੀ ਇੱਕ ਲੰਮੀ ਗੱਥ ਹੈ। ਪਰ ਫੌਜ ਵਿੱਚੋਂ ਬਗਾਵਤ ਹੋ ਜਾਣੀ ਕਿੱਡੀ ਵੱਡੀ ਗੱਲ। ਤੇ ਫਿਰ ਜਿਹੜੇ ਡੈਮੋਕ੍ਰੈਟਿਕ ਦੇਸ਼, ਰਸ਼ੀਆ ਵਰਗੇ, ਬਰਤਾਨੀਆ ਵਰਗੇ, ਜਿਨ੍ਹਾਂ ਦੀ ਸਲਾਹ ਤੇ ਇੰਦਰਾ ਗਾਂਧੀ ਫਖਰ ਕਰਕੇ ਬੈਠੀ ਸੀ ਕਿ ਮੈਨੂੰ ਹੁਣ ਬਾਹਰੋਂ ਕੋਈ ਖਤਰਾ ਨਹੀਂ, ਉਹ ਵੀ ਪੁੱਛਣ ਲੱਗ ਗਏ ਵੀ ਤੂੰ ਤਾਂ ਕਹਿੰਦੀ ਸੀ ਕੁਝ ਘੰਟਿਆਂ ਦੀ ਕਾਰਵਾਈ ਹੈ, ਇਹ 5ਵਾਂ ਦਿਨ ਕਿਵੇਂ ਆ ਗਿਆ। ਤੇ ਫਿਰ ਸੋਚਣ ਲੱਗੇ ਵੀ ਹੁਣ ਆਰ ਪਾਰ ਦੀ ਲੜਾਈ ਲੜ ਲਓ। 12 ਟੈਂਕ ਭੇਜ ਤੇ 12 ਟੈਂਕ। ਤੁਸੀਂ ਜਾਓ ਨਾ ਕਿਤੇ, ਸ਼ਾਇਦ ਪਾਕਿਸਤਾਨ ਦੇ ਕਿਸੇ ਬਾਰਡਰ ਤੇ 12 ਟੈਂਕ ਨਾ ਵੇਖੇ ਹੋਣ ਤੁਸੀਂ, ਚਾਈਨਾ ਦੇ ਬਾਰਡਰ ਤੇ ਨਾ ਦੇਖੇ ਹੋਣ, ਪਰ ਇੱਥੇ 12 ਟੈਂਕ ਛੋਟੇ ਜਿਹੇ ਕੰਪਲੈਕਸ ਦੇ ਵਿੱਚ ਭੇਜ ਦਿੱਤੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਗੱਲਾਂ ਦੋ ਸੀ ਸਾਧ ਸੰਗਤ। ਇੱਕ ਤੇ ਸਮੁੱਚੀ ਕੌਮ ਨੂੰ ਲੰਮੇ ਸਮੇਂ ਲਈ ਸਬਕ ਸਿਖਾਉਣਾ ਸੀ ਵੀ ਇਹ ਸਿਰ ਚੁੱਕਣ ਹੀ ਨਾ। ਦੂਜਾ ਦਮਦਮੀ ਟਕਸਾਲ, ਇਹਨੂੰ ਨੇਸ ਤੋਂ ਨਬੂਸ ਕਰਨਾ ਹੈ, ਇਹਦਾ ਮਲੀਆ ਮੇਟ ਕਰਨਾ ਹੈ। ਦਮਦਮੀ ਟਕਸਾਲ ਦਾ ਮੁੜ ਕੇ ਕੋਈ ਵਿਦਿਆਰਥੀ ਸਿਰ ਨਾ ਚੁੱਕ ਸਕੇ। ਇਹ ਗੱਲਾਂ ਸੀ ਦੋ। ਇਹ ਗੱਲਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਟੈਂਕ ਚਲਾਏ, ਤੋਪਾਂ ਚਲਾਈਆਂ, ਪਰ ਗੁਰੂ ਕੇ ਬਹਾਦਰ ਸੂਰਬੀਰ ਯੋਧਿਆਂ ਨੇ ਕਈਆਂ ਟੈਂਕਾਂ ਦੇ ਵੀ ਮੂੰਹ ਮੋੜੇ, ਟੈਂਕਾਂ ਦੀਆਂ ਚੈਨਾਂ ਉਡਾਤੀਆਂ। ਭਾਈ ਮੋਹਰ ਸਿੰਘ ਵਰਗੇ ਗਿਆਨੀ ਜਿਹੜੇ ਆਪਣੀਆਂ ਬੱਚੀਆਂ ਸਮੇਤ ਟੈਂਕਾਂ ਤੇ ਛਾਲਾਂ ਮਾਰ ਕੇ ਲੱਕ ਦੇ ਨਾਲ ਬਰੂਦ ਬੰਨ੍ਹ ਕੇ ਉਹ ਟੈਂਕ ਬਾਬਾ ਦੀਪ ਸਿੰਘ ਦੇ ਸਥਾਨ ਦੇ ਸਾਹਮਣੇ ਧੱਸਿਆ। ਸਾਧ ਸੰਗਤ ਜੀ, ਜੇ ਬੀਬੀਆਂ ਦੀ ਗੱਲ ਆਈਏ, ਇੱਥੇ ਇੱਕ ਨਹੀਂ ਵੀ ਜਿਹੜੇ ਲੜਨ ਵਾਸਤੇ ਆਏ ਸੀ ਕੇਵਲ ਸਿੰਘ ਸੀ, ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਇੱਥੇ ਲੜਦਿਆਂ ਹੋਇਆਂ ਸ਼ਹੀਦ ਹੋ ਗਈ। ਬੀਬੀ ਪ੍ਰੀਤਮ ਕੌਰ ਜਿਹਦਾ ਕੁਝ ਦਿਨਾਂ ਦਾ ਬੱਚਾ ਜ਼ਾਲਮਾਂ ਨੇ ਸ਼ਹੀਦ ਕੀਤਾ, ਪਰ ਉਹ ਇਹਨਾਂ ਮੋਰਚਿਆਂ 'ਚ ਡਟੀ ਰਹੀ। ਇੱਥੇ ਸਾਧ ਸੰਗਤ ਜੀ, ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ ਨਾ, ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਵਾਲੇ ਗੁਰਸਿੱਖਾਂ ਦੀ ਤੋਟ ਨਹੀਂ ਆਈ। ਜ਼ਿਲ੍ਹਾ ਸੰਗਰੂਰ ਤੋਂ ਪਿੰਡ ਭਲਵਾਨ, ਉੱਥੋਂ ਦਾ ਭਾਈ ਨਛੱਤਰ ਸਿੰਘ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਸੀ ਅਕਾਲੀ ਦਲ ਦਾ ਸੰਗਰੂਰ ਦਾ, ਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਸੀ, ਆਪਣੇ ਪਰਿਵਾਰ ਸਮੇਤ ਆਪਣੀ ਬੇਟੀ, ਆਪਣੀ ਭੈਣ, ਮਾਤਾ ਤੇ ਸੈਂਕੜਿਆਂ ਦਾ ਜੱਥਾ ਲੈ ਕੇ ਇੱਥੇ ਪਹੁੰਚਿਆ ਹੋਇਆ ਸੀ। ਪਰ ਵਾਪਸ ਨਹੀਂ ਜਾ ਸਕਿਆ। 6 ਤਰੀਕ ਨੂੰ ਉਹ ਵੀ ਸ਼ਹੀਦ ਹੋ ਗਿਆ। ਇੱਥੇ ਭਾਈ ਨਛੱਤਰ ਸਿੰਘ ਭਲਵਾਨ ਉਹ ਵੀ ਸ਼ਹੀਦ ਹੋ ਗਿਆ। ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਦਾ ਹੋਇਆ ਰਾਗੀ ਭਾਈ ਅਵਤਾਰ ਸਿੰਘ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ, ਉਹ ਵੀ ਸ਼ਹੀਦ ਹੋ ਗਿਆ। ਸਾਧ ਸੰਗਤ ਜੀ, ਇੱਥੇ ਵਰਦੀਆਂ ਗੋਲੀਆਂ ਦੇ ਵਿੱਚ ਸਿੰਘ ਸਾਹਿਬਾਨ ਗਿਆਨੀ ਮੋਹਨ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ ਐਨ ਮਰਦਾਂ ਬਹਾਦਰਾਂ ਦੀ ਤਰ੍ਹਾਂ, ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਡਟੇ ਰਹੇ। ਕਿਹਦਾ ਨਾਂ ਲਵਾਂਗੇ? ਪਰ ਜਦੋਂ ਸਾਰਾ ਕੁਝ 6 ਤਰੀਕ ਦਾ ਲੰਘਿਆ, ਉਦੋਂ ਤੱਕ ਬਹੁਤ ਸਾਰੀ ਫੌਜ ਵੀ ਮਾਰੀ ਜਾ ਚੁੱਕੀ ਸੀ, ਅਕਾਲ ਤਖਤ ਸਾਹਿਬ ਵੀ ਢਾਇਆ ਜਾ ਚੁੱਕਿਆ ਸੀ। ਤੇ ਫਿਰ ਉਹਦੀਆਂ ਜਿਹੜੀਆਂ ਕੀ ਉਹਦੇ ਤੋਂ ਇਹ ਭਾਵਨਾਵਾਂ ਪੂਰੀਆਂ ਹੋ ਗਈਆਂ। ਸਾਧ ਸੰਗਤ, ਜੰਗ ਬਹੁਤ ਜ਼ਬਰਦਸਤ ਹੋਇਆ ਇੱਥੇ, ਉਹਦੀ ਦਾਸਤਾਨ ਲਿਖੀ ਜਾ ਸਕਦੀ ਆ। ਪਰ ਮੈਂ ਇੱਕ ਗੱਲ ਦੂਸਰੇ ਪਾਸੇ ਦੀ ਕਹਿਣਾ ਚਾਹੁੰਦਾ, ਸਮਾਂ ਇੰਨਾ ਕਹਿਣਾ, ਜਿਹੜੀਆਂ 2
ਭਾਵਨਾਵਾਂ ਲੈ ਕੇ ਇੰਦਰਾ ਗਾਂਧੀ ਨੇ ਇੱਥੇ ਅਟੈਕ ਕੀਤਾ ਸੀ ਕਿ ਸਿੱਖ ਸਿਰ ਨਹੀਂ ਝੁਕ ਸਕਣਗੇ, ਦਮਦਮੀ ਟਕਸਾਲ ਸਾਹ ਨਹੀਂ ਕੱਢ ਸਕੇਗੀ। ਤੇ ਜਿਹੜੀ ਇਹਦੀ ਬੋਲੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ, ਉਹ ਇੱਥੇ ਹੀ ਦਬਾ ਦਿੱਤੀ ਜਾਏਗੀ, ਦਫਨ ਕਰ ਦਿੱਤੀ ਜਾਏਗੀ, ਕੋਈ ਉਹਦਾ ਨਾਂ ਤੱਕ ਨਹੀਂ ਲਏਗਾ। ਕੀ ਇਹਦੇ 'ਚ ਕਾਮਯਾਬ ਹੋ ਗਏ? ਤੁਸੀਂ ਹੁਣ ਸੋਚਿਓ ਵੀ ਜਿੱਤ ਕਿਹਦੀ ਹੋਈ, ਕਾਮਯਾਬ ਕੌਣ ਹੋਇਆ? ਜਿਹਦਾ ਕੋਈ ਨੁਕਸਾਨ ਨਹੀਂ ਨਾ ਹੋਇਆ। 1984 ਵੇਲੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਸੀ ਜਾਂ ਚੰਗੇ ਕੈਮਿਟ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਉਹ ਅੱਜ ਸਾਨੂੰ ਕਹਿੰਦੇ ਉਹ ਕਾਲੇ ਦਿਨ ਸੀ, ਬੜਾ ਕੌਮ ਦਾ ਨੁਕਸਾਨ ਹੋ ਗਿਆ, ਜਿਹਦਾ ਆਪਦਾ ਕੋਈ ਨੁਕਸਾਨ ਨਹੀਂ ਹੋਇਆ। ਸਾਧ ਸੰਗਤ, ਜਿਨ੍ਹਾਂ ਦੇ ਭਰਾ ਸ਼ਹੀਦ ਹੋ ਗਏ, ਜਿਨ੍ਹਾਂ ਦੇ ਪਿਓ ਸ਼ਹੀਦ ਹੋ ਗਏ, ਜਿਨ੍ਹਾਂ ਬੀਬੀਆਂ ਦੇ ਘਰ ਵਾਲੇ ਸ਼ਹੀਦ ਹੋ ਗਏ, ਤੁਸੀਂ ਕਿਸੇ ਇੰਟਰਵਿਊ 'ਚ ਸੁਣਿਆ ਕਿ ਉਹਨਾਂ ਨੇ ਕਿਹਾ ਹੋਵੇ ਕਿ ਸਾਡਾ ਬੜਾ ਨੁਕਸਾਨ ਹੋ ਗਿਆ? ਜਿਨ੍ਹਾਂ ਦੀ ਚੀਚੀ ਤੇ ਚੀਰ ਨਹੀਂ ਆਇਆ, ਉਹ ਕਹਿੰਦੇ ਕਾਲੇ ਦਿਨ ਸੀ। ਪਰ ਤੁਸੀਂ ਦੇਖਿਓ ਜਿੱਤ ਕਿਹਦੀ ਹੋਈ। ਸਾਧ ਸੰਗਤ, ਮੈਂ ਹੁਣੇ ਬੇਨਤੀ ਕਰਕੇ ਆਇਆ, ਥੋੜੇ ਜਿਹੇ ਦਿਨ ਬਾਅਦ ਮੈਂ ਉਦੋਂ ਬਾਹਰ ਸੀ, ਇੱਥੇ ਚੰਦਰ ਸ਼ੇਖਰ ਆਇਆ। ਚੰਦਰ ਸ਼ੇਖਰ ਨੇ ਮੱਥਾ ਟੇਕਿਆ, ਵਾਪਸ ਚਲੇ ਗਿਆ। ਰਸਤੇ ਵਿੱਚ ਖੜ ਗਿਆ ਆਮ ਲੋਕਾਂ ਦੇ ਕੋਲ, ਉੱਥੇ ਪ੍ਰੈਸ ਨੇ ਵੀ ਘੇਰਿਆ, ਪੁੱਛਿਆ ਵੀ ਤੁਸੀਂ ਕੀ ਮਹਿਸੂਸ ਕਰਦੇ ਆ? ਤੇ ਉਹਨੇ ਸਾਹਮਣੇ ਇੱਕ ਚਿੱਟੀ ਦਾੜੀ ਵਾਲਾ ਇੱਕ ਬਜ਼ੁਰਗ ਖੜਾ ਸੀ, ਉਹਨੂੰ ਪੁੱਛਿਆ, ਬਾਬਾ ਜੀ ਤੁਸੀਂ ਕੀ ਮਹਿਸੂਸ ਕਰਦੇ ਆ? ਉਹ ਬੋਲਿਆ ਨਹੀਂ, ਪਰ ਉਹਦੀਆਂ ਅੱਖਾਂ 'ਚੋਂ ਅੱਥਰੂ ਨਿਕਲ ਕੇ ਉਹਦੀ ਦਾੜੀ ਤੇ ਆ ਗਏ। ਚੰਦਰ ਸ਼ੇਖਰ ਕਹਿੰਦਾ ਵੀ ਆਹ ਅੱਥਰੂਆਂ ਦੀ ਭਾਸ਼ਾ ਮੈਂ ਨਹੀਂ ਦੱਸ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ, ਪਰ ਮੈਨੂੰ ਇਹ ਪਤਾ ਹੈ ਕਿ ਇਹਨਾਂ ਅੱਥਰੂਆਂ ਦੀ ਭਾਸ਼ਾ ਬੜੀ ਸਖਤ ਹੋਵੇਗੀ। ਸਾਧ ਸੰਗਤ, ਉਹ ਵਾਕਿਆ ਹੀ ਥੋੜਾ ਜਿਹਾ ਅੱਗੇ ਚੱਲੋਗੇ ਤਾਂ ਕੀ ਸਿੱਖ ਕੌਮ ਦਬਾਈ ਗਈ? ਨਹੀਂ। ਇੱਥੇ ਤਾਂ ਉਹ ਗਰੀਬ ਸਿੱਖ ਭਾਈ ਬੇਅੰਤ ਸਿੰਘ ਵਰਗੇ, ਜਿਨ੍ਹਾਂ ਨੇ ਆ ਕੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਤਿਗੁਰੂ, ਇੱਥੇ ਮੇਰੇ ਭਰਾਵਾਂ ਨੇ ਸਿਰ ਲਾਏ, ਇੱਥੇ ਯੋਧੇ ਬਹਾਦਰਾਂ ਨੇ ਯੁੱਧ ਲੜਿਆ, ਮੇਰੇ ਤੇ ਵੀ ਕਿਰਪਾ ਕਰ ਦੇ, ਮੈਂ ਵੀ ਤੇਰੀ ਸੇਵਾ 'ਚ ਥੋੜ੍ਹਾ ਜਿਹਾ ਹਿੱਸਾ ਪਾ ਸਕਾਂ। ਇੱਥੇ ਸਤਵੰਤ ਸਿੰਘ ਨੇ ਅਰਦਾਸਾਂ ਕੀਤੀਆਂ, ਕੇਰ ਸਿੰਘ ਨੇ ਕੀਤੀਆਂ ਕਿ ਮਹਾਰਾਜ ਸਾਨੂੰ ਵੀ ਸੇਵਾ ਬਖਸ਼। ਤੇ ਉਹਨਾਂ ਉਹ ਸੇਵਾ ਲਈ ਜਿਹੜੀ ਦਮਗਜੇ ਮਾਰਦੀ ਕਿ ਸਿੱਖ ਕੌਮ ਉੱਠ ਨਹੀਂ ਸਕਦੀ, ਉਹਦੇ ਘਰੇ ਹੀ ਜਾ ਕੇ ਉਹਨੂੰ ਸੋਧ ਦਿੱਤਾ। ਫਿਰ ਇਹਨਾਂ ਨੂੰ ਅਕਲ ਆਈ ਕਿ ਨਹੀਂ, ਇਹ ਸਿੱਖ ਕੌਮ ਦਬਾਈ ਨਹੀਂ ਜਾ ਸਕਦੀ। ਫਿਰ ਜਿਹੜਾ ਫੌਜ ਦਾ ਅਫਸਰ, ਫੌਜ ਦਾ ਕਮਾਂਡਰ, ਫੌਜ ਦਾ ਜਰਨਲ ਵੈਦਿਆ, ਜਿਹਨੂੰ ਕਮਾਂਡ ਦਿੱਤੀ ਗਈ ਸੀ ਸਾਰੀ, ਉਹਦੇ ਵੱਲ ਸਿੱਖ ਨੌਜਵਾਨਾਂ ਦੀ ਨਜ਼ਰ ਹੋਈ ਵੀ ਉਹ ਵੀ ਸੋਧਣਾ ਚਾਹੀਦਾ। ਫਿਰ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਮਨ ਵਿੱਚ ਅਰਦਾਸਾਂ ਕੀਤੀਆਂ, ਸਤਿਗੁਰੂ ਜੀ ਥੋੜ੍ਹੀ ਸੇਵਾ ਸਾਨੂੰ ਵੀ ਬਖਸ਼ ਦੇ। ਇਹ ਆਏ ਨਾ ਕਹਿਣ ਕਿ ਕੌਮ ਅਸੀਂ ਲਤਾੜ ਦਿੱਤੀ ਹੈ। ਸਾਧ ਸੰਗਤ, ਇੱਕ ਸਟੇਟ ਨਹੀਂ, 7ਵੀਂ ਸਟੇਟ 'ਚ ਜਾ ਕੇ ਜਨਰਲ ਵੈਦਿਆ ਨੂੰ ਵੀ ਗੱਡੀ ਚਾੜ ਦਿੱਤਾ। ਦੇਖੋ, ਫੌਜ ਦਾ ਜਰਨਲ, ਯੁੱਧ ਬੜੇ ਹੋਏ ਨੇ ਪਹਿਲਾਂ ਵੀ, ਪਹਿਲੇ ਯੁੱਧਾਂ ਦੇ ਵਿੱਚ ਸਾਧ ਸੰਗਤ ਜੀ ਇੰਨੀ ਪ੍ਰਾਪਤੀ ਨਹੀਂ ਜੇ ਤੁਹਾਨੂੰ ਹੋਈ ਕਿ ਯੁੱਧ ਕਰਨ ਵਾਲਾ, ਫੌਜ ਭੇਜਣ ਵਾਲਾ ਕੋਈ ਬਾਦਸ਼ਾਹ ਮਾਰਿਆ ਹੋਵੇ ਆਪਾਂ। ਹਾਂ, ਜਰਨੈਲ ਤੇ ਮਾਰੇ ਨੇ, ਮੱਸੇ ਵਰਗੇ ਬਥੇਰੇ ਰੋੜੇ ਨੇ, ਪਰ ਇੱਥੇ ਫੌਜ ਦਾ ਜਰਨੈਲ ਵੀ ਤੇ ਦੇਸ਼ ਦੀ ਬਾਦਸ਼ਾਹਤ ਕਰਨ ਵਾਲੀ ਇੰਦਰਾ ਗਾਂਧੀ ਵੀ, ਦੋਵਾਂ ਨੂੰ ਲੋਹੇ ਦੇ ਚਣੇ ਚਬਾਏ। ਤੇ ਫਿਰ ਕੀ, ਉਹ ਆਵਾਜ਼ ਖਤਮ ਹੋ ਗਈ? ਆਵਾਜ਼ ਨਹੀਂ ਖਤਮ ਹੋਈ। ਅਸੀਂ ਇੱਥੇ ਤੇ ਸਾਨੂੰ ਕਰਫਿਊ ਥੱਲੇ ਰੱਖਿਆ ਗਿਆ, ਫੌਜ ਦੇ ਪਹਿਰੇ ਥੱਲੇ ਰੱਖਿਆ ਗਿਆ, ਪਰ ਸੱਤ ਸਮੁੰਦਰਾਂ ਤੋਂ ਪਾਰ ਵਸਦੀ ਇਸ ਸਿੱਖ ਕੌਮ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਇੰਟਰਨੈਟ ਤੋਂ ਪੜ੍ਹਿਆ, ਉਹਦੀਆਂ ਕੈਸਟਾਂ ਸੁਣੀਆਂ, ਉਹਦਾ ਲਿਟਰੇਚਰ ਇਕੱਠਾ ਕੀਤਾ,
ਉਹਦਾ ਮਤਾਲਿਆ ਕੀਤਾ, ਉਹਦੇ 'ਤੇ ਐਨਾਲਿਸਿਸ ਕੀਤਾ, ਫਿਰ ਸਾਬਤ ਸੂਰਤ ਹੋਏ। ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆਵਾਂ ਦਿੱਤੀਆਂ ਤੇ ਸਾਧ ਸੰਗਤ ਫਿਰ ਸਾਬਤ ਸੂਰਤ ਗੁਰੂ ਕੇ ਸਿੱਖ ਪਾਰਲੀਮੈਂਟ ਮੈਂਬਰ ਬਣੇ। ਵਿਦੇਸ਼ਾਂ ਦੇ ਵਿੱਚ ਸਾਧ ਸੰਗਤ ਜੀ ਉਹ ਕੈਬਨਿਟ ਮੰਤਰੀ ਬਣੇ। ਅੱਜ ਖਾਲਸੇ ਦੇ ਝੰਡੇ ਉਹਨਾਂ ਝੰਡਿਆਂ ਦੇ ਬਰਾਬਰ ਕੁਝ ਦਿਨ ਚਲਾਏ ਜਾਂਦੇ ਨੇ। ਜਦੋਂ ਇਹ ਸਮੇਂ ਆਉਂਦੇ ਨੇ ਤੁਹਾਡੀ ਹਾਰ ਹੋ ਗਈ ਸਾਧ ਸੰਗਤ ਜੀ। ਤੇ ਉਹ ਲੋਕ ਅੱਜ ਦੁਨੀਆ ਦੇ ਕਿਸੇ ਡੈਮੋਕ੍ਰੇਟ ਦੇਸ਼ ਦੇ ਸਾਹਮਣੇ ਸਿਰ ਉੱਚਾ ਕਰਕੇ ਦੱਸ ਨਹੀਂ ਸਕਦੇ। ਪਹਿਲੀ ਗੱਲ ਤਾਂ ਇਹ ਕਿ ਕੇਵਲ ਕਾਂਗਰਸ ਨਹੀਂ, ਕਾਂਗਰਸ ਨੂੰ ਚੁੱਕਿਆ, ਉਹਨੇ ਪਾਪ ਕੀਤਾ। ਕਿਸੇ ਨੇ ਹਾਂ ਦਾ ਨਾਰਾ ਮਾਰਿਆ ਆਪੋਜੀਸ਼ਨ ਨੇ, ਕੁਝ ਵਿਅਕਤੀਗਤ ਬੰਦਿਆਂ ਨੂੰ ਛੱਡ ਕੇ ਪਾਰਟੀ ਤੌਰ ਤੇ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵੀ ਇਹ 90% ਸ਼ਹਾਦਤਾਂ ਦੇਣ ਵਾਲੀ ਉਹ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਲਿਆਂਦੀ, ਉਹਦੇ ਤੇ ਆਹ ਕੁਝ ਕੀਤਾ। ਕਿਸੇ ਨੇ ਹਾਂ ਦਾ ਨਾਰਾ ਮਾਰਿਆ? ਨਹੀਂ ਨਾ ਮਾਰਿਆ। ਪਰ ਸਾਧ ਸੰਗਤ ਅੱਜ ਉਹਨਾਂ ਹੀ ਦੇਸ਼ਾਂ ਦੇ ਸਾਹਮਣੇ 21 ਤੋਪਾਂ ਦੀ ਸਲਾਮੀ ਦੇਣੀ ਪਈ ਇਸ ਖਾਲਸੇ ਦੇ ਉਹਨਾਂ ਸ਼ੇਰ ਬਹਾਦਰਾਂ ਨੂੰ ਜਿਹੜੇ ਡਿਫੈਂਸ ਦੇ ਮਿਨਿਸਟਰ ਨੇ ਕੈਨੇਡਾ ਦੇ। ਨਹੀਂ ਸਲਾਮੀਆਂ ਦੇਣੀਆਂ ਪਈਆਂ। ਪਰ ਇੱਕ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਆ, ਇੱਥੇ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਿੱਖ ਬੁੱਧੀਜੀਵੀਆਂ ਨੇ, ਦਮਦਮੀ ਟਕਸਾਲ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਹੋਰ ਜਥੇਬੰਦੀਆਂ ਨੇ ਮਿਲ ਕੇ ਇੱਥੇ ਵੱਧ ਅਧਿਕਾਰਾਂ ਦੀ ਗੱਲ ਕਹੀ ਸੀ, ਅਨੰਦਪੁਰ ਦੇ ਮਤੇ ਦੀ ਗੱਲ ਕਹੀ ਸੀ। ਆਪਾਂ ਨੂੰ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਸੀ। ਆਪਾਂ ਤਾਂ ਛੱਡ ਹੀ ਗਏ। ਜੇ ਇਹ ਗੱਲਾਂ ਨਾ ਛੱਡੀਆਂ ਹੁੰਦੀਆਂ ਤੇ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਨਾ ਬੈਠਾ ਹੁੰਦਾ। ਸਾਧ ਸੰਗਤ ਅੱਜ ਫਿਰ ਇਹ ਸ਼ਕਲਾਂ ਬਦਲੀਆਂ ਨੇ, ਸੂਰਤਾਂ ਬਦਲੀਆਂ ਨੇ, ਜਹਿਨੀਅਤ ਨਹੀਂ ਬਦਲੀ। ਅੱਜ ਬਾਰਡਰਾਂ ਤੇ ਬੈਠੇ ਕੀ ਕਰ ਰਹੇ ਆ ਵੀ ਸਾਡੇ ਤੇ ਧੱਕਾ ਨਾ ਕਰੋ, ਸਾਡੇ ਵਾਸਤੇ ਇਹੋ ਜਿਹੇ ਕਾਨੂੰਨ ਨਾ ਬਣਾਓ ਜਿਹੜੇ ਸਾਡੀ ਮੌਤ ਦੇ ਵਾਰੰਟ ਹੋਣ। ਪਰ ਕੋਈ ਸੁਣਦਾ ਨਹੀਂ ਨਾ, ਸੁਣਦਾ ਕੋਈ। ਤੇ ਉਦੋਂ ਲੱਗਦਾ ਸੀ ਵੀ ਸੰਤ ਜਜ਼ਬਾਤੀ ਆ, ਇਹ ਗਰਮ ਗੱਲ ਕਰਦੇ ਨੇ। ਦੱਸੋ ਇੱਕ ਵੀ ਗਰਮ ਗੱਲ ਕਿਹੜੀ ਸੀ ਭਾਈ? ਉਹ ਕਹਿੰਦੇ ਸਾਡੀਆਂ ਹੱਕੀ ਮੰਗਾਂ ਨੇ। ਜੇ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਹੈ ਨਾ, ਸਾਡੇ ਨਾਲ, ਤੇ ਜਿੰਨੀਆਂ ਕਿ ਤੁਸੀਂ ਜਾਇਜ਼ ਸਮਝਦੇ ਆ ਪਹਿਲਾਂ ਤਾਂ ਉਹਨਾਂ ਮੰਗਾਂ ਦਾ ਐਲਾਨ ਕਰ ਦਿਓ ਵੀ ਆਹ ਸਿੱਖਾਂ ਦੀਆਂ ਮੰਗਾਂ ਅਸੀਂ ਮੰਨ ਲਈਆਂ ਨੇ, ਤੇ ਜਿਹੜੀਆਂ ਰਹਿ ਜਾਣਗੀਆਂ ਆਪਾਂ ਉਹ 'ਤੇ ਵਿਚਾਰ ਕਰ ਲਾਂਗੇ। ਸੌਦਾ ਨਹੀਂ ਹੋਣਾ, ਸੌਦਾ ਨਹੀਂ ਹੋਣਾ। ਇਹ ਤਾਂ ਸਮਝੌਤਾ ਹੋਊਗਾ, ਜਿਵੇਂ ਦੋ ਕੌਮਾਂ ਦਾ ਹੁੰਦਾ ਨਾ, ਸਮਝੌਤਾ ਹੋਊਗਾ ਪਰ ਸੰਗਤ ਦੇ ਸਾਹਮਣੇ ਹੋਊਗਾ। ਇੱਥੇ ਸੱਤਾ ਦਾ ਸੌਦਾ ਨਹੀਂ ਹੋਣਾ, ਸਮਝੌਤਾ ਹੋਊਗਾ ਕੌਮਾਂ ਦਾ। ਤੇ ਫਿਰ ਆਓ, ਇਹ 'ਚ ਕੀ ਮਾੜੀ ਗੱਲ ਸੀ ਭਾਈ? ਇਹ ਤੇ ਤੋਪਾਂ ਭੇਜਣ ਵਾਲੀ ਕਿਹੜੀ ਗੱਲ ਸੀ? ਨਹੀਂ, ਸਾਡੇ ਨਾਲ ਇਹ ਕੁਝ ਵਾਪਰਿਆ। ਪਰ ਵਾਪਰਨ ਤੋਂ ਬਾਅਦ ਜਿੰਨੀ ਵੱਡੀ ਪੱਧਰ ਤੇ ਕਲਗੀਧਰ ਪਾਤਸ਼ਾਹ ਦੀ ਕੌਮ ਦੇ ਵਿੱਚ ਜਾਗਰਤੀ ਆਈ, ਜਿੰਨਾ ਸਾਧ ਸੰਗਤ ਦੀ ਸਿੱਖੀ ਦਾ ਪ੍ਰਚਾਰ ਹੋਇਆ, ਉਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦੀ ਗੱਲ ਸਾਨੂੰ ਯਾਦ ਆਈ। ਕਹਿੰਦੇ ਕਿ ਮੇਰੇ ਤੋਂ ਬਾਅਦ ਦੇਖਿਓ 10 ਗੁਣਾ ਨਹੀਂ 100 ਗੁਣਾ ਪ੍ਰਚਾਰ ਹੋਏਗਾ। ਨਹੀਂ ਹੋਇਆ। ਉਹ ਹੋਇਆ ਸਾਧ ਸੰਗਤ ਜੀ। ਇਸ ਵਾਸਤੇ ਸਾਨੂੰ ਸਭਨਾਂ ਨੂੰ ਮੈਂ ਅਖੀਰ ਵਿੱਚ ਬੇਨਤੀ ਕਰਾਂ ਕਿ ਸਾਨੂੰ ਕੇਵਲ ਜਜ਼ਬਾਤੀ ਨਹੀਂ, ਸਾਨੂੰ ਤੇ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਦਿਨਾਂ ਦਾ ਐਨਾਲਿਸਿਸ ਕਰਨਾ ਚਾਹੀਦਾ ਕਿ ਕੀ ਉਹਦੇ ਤੋਂ ਬਾਅਦ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸੀ, ਅਸੀਂ ਉਹਨਾਂ ਜ਼ਿੰਮੇਵਾਰੀਆਂ ਪ੍ਰਤੀ ਸੰਜੀਦਾ ਹੈ ਕਿ ਜਿੱਥੇ ਅਸੀਂ ਧਰਮ ਪ੍ਰਚਾਰ ਕਰ ਸਕਦੇ ਸੀ ਕਰਿਆ ਸੀ, ਕਿ ਜਿੱਥੇ ਰਾਜਨੀਤਿਕ ਤੌਰ ਤੇ ਅਸੀਂ ਆਪਣੇ ਸਟੇਟਸ ਨੂੰ ਬਣਾ ਕੇ ਰੱਖਣਾ ਸੀ ਅਸੀਂ ਰੱਖਿਆ, ਤੇ ਕਿ ਜਿੱਥੇ ਇੱਥੇ ਨੌਜਵਾਨੀ ਦੇ ਰੂਪ ਵਿੱਚ ਸਮੁੱਚੀ ਕੌਮ ਨੂੰ ਸੰਤ ਜਰਨੈਲ ਸਿੰਘ ਜੀ ਦੇ ਇਸ ਫਲਸਫੇ ਬਾਰੇ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਸਮਝਾਇਆ।
ਨਹੀਂ ਉਹ ਪੱਖ ਛੱਡ ਗਏ। ਉਹ ਤੇ ਇੱਕ ਬੜਾ ਸਿੰਪਲ ਜਿਹਾ ਕੰਮ ਵੀ ਸਾਦੇ ਵਿਆਹ ਕਰੋ, ਫालतू ਖਰਚ ਨਾ ਕਰੋ, ਆਪਣੇ ਸਰੀਰਾਂ ਨੂੰ ਨਸ਼ਿਆਂ ਤੋਂ ਬਚਾਓ, ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣ ਕੇ ਮੇਰੇ ਭਰਾ ਬਣੋ, ਸਿੱਧੀਆਂ ਜੀਆਂ ਗੱਲਾਂ ਤੇ ਸਾਡੇ ਫਾਇਦੇ ਦੀਆਂ ਗੱਲਾਂ। ਸਾਧ ਸੰਗਤ ਜੀ, ਉਹਨਾਂ ਗੱਲਾਂ ਨੂੰ ਸਹਿਜੇ ਸਹਿਜੇ ਅਸੀਂ ਛੱਡ ਗਏ। ਫਿਰ ਲਾਭ ਕੀ ਹੋਇਆ? ਅਸੀਂ 2 ਕਦਮ ਗਾਂਹ ਤੁਰੇ, ਅਸੀਂ ਨਾਅਰੇ ਤਾਂ ਲਾਏ, ਅਸੀਂ ਰੀਸਾਂ ਵੀ ਕੀਤੀਆਂ, ਸੰਤ ਜਰਨੈਲ ਸਿੰਘ ਦੀਆਂ ਰੀਸਾਂ ਵੀ ਕੀਤੀਆਂ, ਲੰਮੇ ਕਦਮੀ ਤੁਰਨ ਦੀ ਯਤਨ ਕੀਤੇ, ਉਹੋ ਜਿਹੇ ਪ੍ਰਚਾਰ ਕਰਨ ਦੇ ਵੀ ਯਤਨ ਕੀਤੇ, ਉਹ ਜੀ ਭਾਸ਼ਾ ਬੋਲਣ ਦੇ ਯਤਨ ਕੀਤੇ, ਪਰ ਅੰਦਰ ਸਾਡੇ ਉਹ ਸਤਿਗੁਰੂ ਦੀ ਬਖਸ਼ੀ ਹੋਈ ਦਾਤ ਨਹੀਂ ਪ੍ਰਾਪਤ ਹੋਈ, ਕਿਉਂਕਿ ਉਸ ਰਸਤੇ ਤੇ ਨਹੀਂ ਤੁਰੇ। ਉਹ ਤੇ ਇੱਕ ਨਾਮ ਜਪਣ ਵਾਲਾ ਸਾਧੂ, 8 ਪੈਰ ਜਿਹਦੇ ਰੋਮ ਰੋਮ ਸਿਮਰਨ ਸੀ। ਸਾਧ ਸੰਗਤ, ਜਿਹਦੇ ਯਥਾਰਥ ਵਚਨ ਸਧਾਰਨ ਤੌਰ ਤੇ ਕਹੇ ਹੋਏ ਵੀ ਪੂਰੇ ਹੁੰਦੇ ਸੀ। ਇੱਕ ਨੇ ਨਹੀਂ, ਹਜ਼ਾਰਾਂ ਨੇ ਆਪਾਂ ਵੇਖੇ ਹੋ, ਅੱਜ ਜਿਉਂਦੇ ਜਾਗਦੇ ਹੋ ਬੈਠੇ ਨਾ। ਤੇ ਫਿਰ ਸਤਿਗੁਰੂ ਦੇ ਚਰਨਾਂ 'ਚ ਆਪਾਂ ਇਕੱਠਿਆਂ ਹੋ ਕੇ ਅਰਦਾਸ ਹੀ ਕਰ ਲਈਏ ਕਿ ਮਹਾਰਾਜ ਤੇਰੇ ਘਰੇ ਤਾਂ ਕੋਈ ਘਾਟਾ ਨਹੀਂ, ਤੂੰ ਤੇ ਖਾਲਸਾ ਫੌਜ ਸਾਜੀ ਹੈ, ਤੇ ਅੱਜ ਤੇਰੀ ਖਾਲਸਾ ਫੌਜ ਨੂੰ ਜ਼ਰੂਰਤ ਹੈ ਆਪਣੇ ਰਾਜ ਦੀ, ਆਪਣੇ ਨਿਸ਼ਾਨ ਦੀ, ਤਾਂ ਕਿ ਤੇਰੀ ਫੌਜ, ਤੇਰੀ ਕੌਮ ਆਪਣੀ ਹੋਣੀ ਦੇ ਫੈਸਲੇ ਲੈ ਸਕੇ, ਆਪਣੇ ਧਰਮ ਦੇ ਫੈਸਲੇ ਲੈ ਸਕੇ। ਆਪਾਂ ਅਰਦਾਸ ਤਾਂ ਕਰ ਸਕਦੇ ਹਾਂ, ਆਪਾਂ ਤੇ ਅਰਦਾਸ ਵੀ ਨਹੀਂ ਕਰਦੇ। ਅਰਦਾਸ ਵੀ ਆਪਣੇ ਟਰੱਕਾਂ ਟਰਾਲੀਆਂ ਟਰੈਕਟਰਾਂ ਕਾਰਾਂ ਦੀ ਕਰਦੇ ਆ, ਮਹਾਰਾਜ ਸਾਨੂੰ ਹੋਰ ਦੇ ਦੀ, ਉਹ ਵੀ ਕਰੀ ਚੱਲੋ। ਪਰ ਸਾਂਝੇ ਰੂਪ ਦੇ ਵਿੱਚ ਸਾਧ ਸੰਗਤ ਸਾਨੂੰ ਇਸ ਪਾਸੇ ਅੱਗੇ ਵਧਣਾ ਚਾਹੀਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਰ ਕਿਰਪਾ, ਸਾਡੇ ਤੇ ਰਹਿਮਤ ਕਰ, ਸਾਡੇ ਦਿਲਾਂ ਦੇ ਵਿੱਚ ਪ੍ਰਭੂ ਭਗਤੀ ਦੀ ਉਹ ਖੁਸ਼ਬੂ ਭਰ ਦੇ, ਜਿਹਦੇ ਕਰਕੇ ਅਸੀਂ ਈਰਖਾ ਤੋਂ ਉੱਪਰ ਉੱਠ ਕੇ, ਅਸੀਂ ਇੱਕ ਦੂਜੇ ਦੀ ਬਦਨਾਮੀ ਕਰਨ ਤੋਂ ਉੱਪਰ ਉੱਠ ਕੇ ਸਾਡੇ 'ਚੋਂ ਬੇਭਰੋਸਗੀ ਖਤਮ ਹੋ ਜਾਵੇ। ਤੇ ਸਤਿਗੁਰੂ ਜੀ, ਅਸੀਂ ਤੇਰੇ ਦਰ ਤੇ ਬੈਠ ਕੇ ਉਹਨਾਂ ਕਦਮਾਂ ਨੂੰ ਅੱਗੇ ਵਧਾਈਏ ਜਿਨ੍ਹਾਂ ਦਲੀਜਾਂ ਤੇ ਚੱਲ ਚੱਲ ਕੇ ਇੱਕ ਨਹੀਂ ਸੈਂਕੜੇ ਗੁਰੂ ਕੇ ਪਰਵਾਨੇ ਆਪਣਾ ਆਪ ਕੁਰਬਾਨ ਕਰਕੇ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾ ਗਏ। ਸਾਧ ਸੰਗਤ ਜੀ, ਉਹ ਲੱਖ ਲਿਖੀ ਜਾਣ, ਪਰ ਦਿਲ ਵਿੱਚ ਉਹਨਾਂ ਨੂੰ ਪਤਾ ਕਿ ਸਾਡੇ ਨਾਲ ਕੀ ਵਾਪਰਿਆ। ਹੁਣ ਇੱਕ ਗੱਲ ਚੱਲਦੀ ਹੈ ਕਿ ਇੱਕ ਟਰੁੱਥ ਕਮਿਸ਼ਨ ਬਣਾਇਆ ਜਾਵੇ, ਇੱਕ ਸੱਚਾ ਕਮਿਸ਼ਨ ਜਿਹੜਾ ਪੜਚੋਲ ਕਰੇ। ਸਾਧ ਸਿੰਘ ਜੀ, ਕਦੋਂ ਬਣੇਗਾ? 40 ਸਾਲ ਹੋ ਗਏ ਤੇ ਟਰੁੱਥ ਕਮਿਸ਼ਨ ਦੇ ਚਸ਼ਮਦੀਦ ਗਵਾਹੀ ਨਾ ਰਹੇ, ਫੇਰ ਬਣਾਓਗੇ? ਬਣਾ ਲਓ। ਟਰੁੱਥ ਕਮਿਸ਼ਨ ਦੇ ਵਿੱਚ ਸਾਨੂੰ ਇੱਕ ਗੱਲ ਹੀ ਸਾਬਤ ਕਰ ਦੇਵੇ ਕਿ ਇਹ ਹਮਲਾ ਕਿਉਂ ਹੋਇਆ, ਇੱਥੇ ਫੌਜ ਕਿਉਂ ਚਾੜੀ। ਬਣਾ ਲਓ, ਟਰੁੱਥ ਕਮਿਸ਼ਨ ਬਣਾਓ। ਇੱਥੇ ਅੱਜ ਚਸ਼ਮਦੀਦ ਗੁਰਮੁਖ ਪਿਆਰੀਆਂ ਸੰਗਤਾਂ ਬੈਠੀਆਂ ਨੇ, ਸੰਪਰਦਾਵਾਂ ਬੈਠੀਆਂ ਨੇ, ਸੰਪਰਦਾਵਾਂ ਦੇ ਮੁਖੀ ਬੈਠੇ ਨੇ, ਇੱਥੇ ਰਾਜਨੀਤਿਕ ਆਗੂ ਬੈਠੇ ਨੇ। ਬਣਾਓ, ਪਤਾ ਲੱਗੇ। ਹਾਂ, ਪਰ ਬਣਾਓ ਸੈਂਟਰ ਦੀ ਸਹਿਮਤੀ ਨਾਲ। ਉਹ ਆਪਣੇ 2 ਬੰਦੇ 3 ਬੰਦੇ ਦੇ ਦੇਵੇ ਕਮਿਸ਼ਨ ਦੇ ਵਿੱਚ, ਸਾਡੇ ਵੀ ਬੰਦੇ ਲਾਓ, ਉਹਨਾਂ ਦੇ ਵੀ ਲਾਓ, ਸਿੱਖ ਕੌਮ ਦੇ ਵੀ ਨੁਮਾਇੰਦੇ ਹੋਣ, ਤੇ ਫਿਰ ਟਰੁੱਥ ਕਮਿਸ਼ਨ ਸੱਚ ਨੂੰ ਸਾਹਮਣੇ ਲਿਆਵੇ, ਦੁਨੀਆ ਨੂੰ ਦੱਸਿਆ ਜਾ ਸਕੇ, ਇੱਕ ਪਾਸੜ ਗੱਲਾਂ ਖਤਮ ਹੋ ਜਾਣ। ਇਹ ਕੀ ਕਹਿੰਦੇ ਆ ਵੀ ਟਰੁੱਥ ਕਮਿਸ਼ਨ ਬਣਾਓ, ਤੇ ਆ ਜਿਹੜਾ ਜੂਨ 84 ਦਾ ਘੱਲੂਘਾਰਾ ਹੈ, ਇਹਦੇ ਤੇ ਹਮੇਸ਼ਾ ਵਾਸਤੇ ਮਿੱਟੀ ਪਾਓ। ਪੈ ਜੂ। ਤੁਸੀਂ ਉਸ ਦੇਸ਼ ਦੇ ਵਸਨੀਕ ਹੈ ਜਿੱਥੇ ਸਦੀਆਂ ਬੀਤੀਆਂ, ਸਤਜੁਗ ਤੋਂ ਲੈ ਕੇ ਰਾਵਣ ਦੇ ਪੁਤਲੇ ਫੂਕਦੇ ਆ ਰਹੇ ਆ। ਰਾਵਣ ਨੇ ਦੇਸ਼ ਨਹੀਂ ਸਿਖੋਇਆ, ਧਰਮ ਦੀ ਹਾਨੀ ਤੇ ਟੈਂਕ ਨਹੀਂ ਸੀ ਚੜਾਏ, ਉਹਨੇ ਕਿਸੇ ਦੀ ਪੱਤ ਨਹੀਂ ਸੀ ਲੁੱਟੀ। ਇੱਕ ਛੋਟੀ ਜਿਹੀ ਘਟਨਾ ਕਰਮ ਤੋਂ ਤੁਸੀਂ ਹਰ ਸਾਲ ਉਹਦੇ ਪੁਤਲੇ ਫੂਕਦੇ ਹੋ। ਤੇ ਸਾਨੂੰ ਨੇਸ਼ ਤੋਂ ਨਬੂਸ ਕਰਨ ਵਾਸਤੇ ਟੈਂਕ ਤੇ ਤੋਪਾਂ ਚਾੜੇ, ਸਾਡੇ ਧਰਮਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਵੱਜੀਆਂ, ਤੇ ਸਾਨੂੰ ਟਰੁੱਥ ਕਮਿਸ਼ਨ ਬਣਾ ਕੇ ਕਹਿੰਦੇ ਮਿੱਟੀ ਪਾਓ। ਟਰੁੱਥ ਕਮਿਸ਼ਨ ਬਣਾਓ,
ਤਾਂ ਕਿ ਤੁਹਾਡਾ ਮਨਹੂਸ ਚਿਹਰਾ ਦੁਨੀਆ ਦੇ ਸਾਹਮਣੇ ਨੰਗਾ ਕਰੀਏ, ਪਰ ਅਸੀਂ ਜੂਨ 84 ਨਹੀਂ ਭੁੱਲ ਸਕਦੇ, ਇਹ ਨਹੀਂ ਭੁੱਲ ਸਕਦੇ। ਇਸ ਵਾਸਤੇ ਸਾਧ ਸੰਗਤ ਜੀ ਆਪਾਂ ਸਭਨਾਂ ਨੂੰ ਹੀ ਸਤਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਜੋਦੜੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਆਪ ਨਿਸ਼ਾਵਰ ਕਰਕੇ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਇਹ ਸਭ ਕੁਝ ਕਰ ਦਿਖਾਇਆ, ਉਹ ਤੇ ਧੰਨ ਨੇ, ਉਹਨਾਂ ਦੀ ਕਮਾਈ ਧੰਨ ਹੈ, ਉਹਨਾਂ ਦਾ ਸਿਮਰਨ ਧੰਨ ਹੈ, ਉਹ ਤੇ ਪ੍ਰਮਾਣ ਹੈ ਹੀ ਹੈ। ਪਰ ਸਾਨੂੰ ਉਹਨਾਂ ਦੀ ਇਸ ਕੁਰਬਾਨੀ ਤੋਂ ਜਜ਼ਬੇ ਤੋਂ ਸਿੱਖਿਆ ਲੈ ਕੇ ਵੀ ਅਗਾਂਹ ਵਾਸਤੇ ਸਿੱਖ ਕੌਮ ਦੀ ਹੋਣੀ ਵਾਸਤੇ ਭਾਵੇਂ ਕਰਨਾ ਉਹੀ ਹੈ ਜੋ ਗੁਰੂ ਮਹਾਰਾਜ ਨੇ ਕਰਨਾ ਹੈ, ਪਰ ਭਾਈ ਸਾਨੂੰ ਅਰਦਾਸ ਬੇਨਤੀ ਜੋਦੜੀ ਕਰਨ ਵਾਸਤੇ ਉਦਮ ਉਪਰਾਲਾ ਕਰਨਾ ਚਾਹੀਦਾ। ਸਤਿਗੁਰੂ ਜੀ ਜ਼ਰੂਰ ਸਾਡੇ ਤੇ ਰਹਿਮਤ ਕਰਨਗੇ, ਕਿਰਪਾ ਕਰਨਗੇ, ਕਿਉਂਕਿ ਇਹ ਤੇ ਉਹਨਾਂ ਨਾਲ ਤੇ ਵਾਪਰ ਗਿਆ। ਅਣਕਾਏ ਰਤ ਰਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ। ਹੋਇਆ ਨਾ ਇਹ ਕੁਝ, ਪਾਪ ਕੀਤਾ ਪਰ ਪਾਪ ਝੱਲਣੇ ਬੜੇ ਔਖੇ ਹੁੰਦੇ ਨੇ। ਇਸ ਵਾਸਤੇ ਸਾਧ ਸੰਗਤ ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇਣ, ਸਾਨੂੰ ਆਪਸੀ ਏਕਤਾ ਇਤਫਾਕ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਸਿੱਖ ਕੌਮ ਦੇ ਖਾਲਸਾ ਰਾਜ ਦੀ ਨੀਂਹ ਰੱਖ ਸਕੀਏ, ਖਾਲਸਾ ਰਾਜ ਦਾ ਆਨੰਦ ਮਾਣ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਇਹ ਬਖਸ਼ਿਸ਼ਾਂ ਕਰ ਦੇਣ। ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰ ਰਹੀਆਂ ਸਰਬੱਤ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਇਤਿਹਾਸ ਬੋਲਦਿਆਂ ਤੋਂ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ, ਮੈਂ ਸਾਰੇ ਪੱਖ ਨਹੀਂ ਸੀ ਰੱਖ ਸਕਦਾ, ਬਹੁਤ ਸਾਰੇ ਪੱਖ ਰਹਿ ਗਏ, ਕੋਈ ਗੁੱਸਾ ਨਾ ਕਰੇ ਇਸ ਵਾਸਤੇ, ਕਿਉਂਕਿ ਜਿੰਨੀ ਕੁ ਮੇਰੀ ਬੁੱਧੀ ਹੈ ਮੈਂ ਉਨੀ ਰੱਖ ਸਕਦਾ ਸੀ ਨਾ, ਪਰ ਬਹੁਤ ਵੱਡਾ ਪੱਖ ਹੈ ਇਹ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਤੁਸੀਂ ਸਾਰੇ ਸਿਆਣੇ ਹੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰੋ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ। ਵਾਹਿਗੁਰੂ ਜੀ। ਰੋਜ਼ਾਨਾ ਕਥਾ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ।